ਮੰਮੀ ਤੁਹਾਨੂੰ ਕੀ ਹੋ ਗਿਆ ਹੈ? ਮੇਰਾ ਤੇ ਸੁਜਾਨ ਦਾ ਕੀ ਮੁਕਾਬਲਾ ਹੈ? ਉਹ ਮਹੀਨੇ ਦੇ ਬਸ 30,000 ਕਮਾਉਂਦਾ ਹੈ। ਕੀ ਤੁਸੀਂ ਆਪਣੀ ਬੇਟੀ ਦਾ ਵਿਆਹ ਇੱਕ ਗਰੀਬ ਲੜਕੇ ਦੇ ਨਾਲ ਕਰ ਦਿਓਗੇ? ਮੈਂ ਆਪਣੀ ਮੰਮੀ ਦੇ ਸਾਹਮਣੇ ਖੜੀ ਸਵਾਲ ਕਰ ਰਹੀ ਸੀ, ਜਦੋਂ ਕਿ ਮੇਰੀ ਮੰਮੀ ਮੈਨੂੰ ਹੈਰਾਨ ਨਜ਼ਰਾਂ ਦੇ ਨਾਲ ਦੇਖ ਰਹੀ ਸੀ। ਕਹਿਣ ਲੱਗੀ, ਤੂੰ ਕਦੋਂ ਤੋਂ ਅਮੀਰ ਅਤੇ ਗਰੀਬ ਦੇਖਣ ਲੱਗੀ? ਉਹ ਤੁਹਾਡੀ ਮੀਨਾ ਆਂਟੀ ਦਾ ਲੜਕਾ ਹੈ, ਮੇਰੀ ਬਚਪਨ ਦੀ ਸਹੇਲੀ ਦਾ ਬੇਟਾ। ਤੁਹਾਡੇ ਬਚਪਨ ਦਾ ਦੇਖਿਆ ਹੋਇਆ ਹੈ। ਭਲਾ ਉਸ ਦੇ ਵਿੱਚ ਕੀ ਬੁਰਾਈ ਹੈ? ਦੇਖਣ ਦੇ ਵਿੱਚ ਵੀ ਚੰਗਾ ਹੈ ਅਤੇ ਕੋਈ ਗਲਤ ਕੰਮ ਵੀ ਨਹੀਂ ਕਰਦਾ। ਮੈਂ ਸੋਚ ਲਿਆ ਹੈ ਕਿ ਮੈਂ ਤੁਹਾਡਾ ਵਿਆਹ ਸੁਜਾਨ ਦੇ ਨਾਲ ਹੀ ਕਰਾਂਗੀ। ਮੈਂ ਗੁੱਸੇ ਨਾਲ ਆਪਣਾ ਸਿਰ ਝਟਕਾ ਦਿੱਤਾ। ਵੈਸੇ ਵੀ ਅਮਿਤ ਦੇ ਕਾਰਨ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਸ ਦੀਆਂ ਅਜੀਬ ਗੱਲਾਂ ਮੇਰਾ ਸਕੂਨ ਪਹਿਲਾਂ ਹੀ ਬਰਬਾਦ ਕਰ ਚੁੱਕੀਆਂ ਸਨ ਅਤੇ ਹੁਣ ਮੰਮੀ ਦਾ ਇਹ ਨਵਾਂ ਫੈਸਲਾ ਮੇਰਾ ਦਿਮਾਗ ਘੁਮਾ ਚੁੱਕਿਆ ਸੀ। ਮੈਂ ਮੰਮੀ ਨੂੰ ਮਨਾ ਕਰਕੇ ਆਪਣੇ ਕਮਰੇ ਦੇ ਵਿੱਚ ਆ ਗਈ ਸੀ। ਮੈਂ ਕਿਸੇ ਵੀ ਕੀਮਤ ਤੇ ਸੁਜਾਨ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਮੈਨੂੰ ਅਮਿਤ ਪਸੰਦ ਸੀ ਅਤੇ ਮੈਂ ਉਸਦੇ ਨਾਲ ਹੀ ਆਪਣਾ ਰਿਸ਼ਤਾ ਜੋੜਨਾ ਚਾਹੁੰਦੀ ਸੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਆਦਮੀ ਮੇਰੀ ਜ਼ਿੰਦਗੀ ਕਿਵੇਂ ਬਰਬਾਦ ਕਰਨ ਵਾਲਾ ਸੀ। ਕਮਰੇ ਦੇ ਵਿੱਚ ਆਉਂਦੇ ਹੀ ਮੈਂ ਫੋਨ ਦੇਖਿਆ। ਨਾ ਹੀ ਅਮਿਤ ਦੀ ਕੋਈ ਕਾਲ ਆਈ ਸੀ ਅਤੇ ਨਾ ਹੀ ਕੋਈ ਮੈਸੇਜ। ਮੈਂ ਨਿਰਾਸ਼ ਹੋ ਕੇ ਫੋਨ ਇੱਕ ਪਾਸੇ ਰੱਖ ਦਿੱਤਾ। ਮੈਨੂੰ ਪਤਾ ਸੀ ਕਿ ਅਮਿਤ ਨੂੰ ਮੇਰੀ ਗੱਲ ਸਮਝ ਆ ਗਈ ਹੋਵੇਗੀ, ਪਰ ਉਹ ਤਾਂ ਇੱਕ ਅਜੀਬ ਸੋਚ ਰੱਖ ਕੇ ਬੈਠਾ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਅਮਿਤ ਜਿਹੀ ਗੱਲ ਕਰ ਸਕਦਾ ਹੈ। ਉਹ ਮੈਨੂੰ ਹੋਟਲ ਦੇ ਕਮਰੇ ਦੇ ਵਿੱਚ ਮਿਲਣ ਦੀ ਗੱਲ ਕਰ ਰਿਹਾ ਸੀ ਅਤੇ ਮੈਂ ਇਹੀ ਸੁਣ ਕੇ ਦੰਗ ਰਹਿ ਗਈ ਸੀ। ਜਦੋਂ ਸਾਡੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਹੀ ਅਮਿਤ ਨੇ ਕਹਿ ਦਿੱਤਾ ਸੀ ਕਿ ਉਹ ਸਾਡੇ ਰਿਸ਼ਤੇ ਨੂੰ ਹਮੇਸ਼ਾ ਪਵਿੱਤਰ ਰੱਖੇਗਾ। ਜਦੋਂ ਤੱਕ ਅਸੀਂ ਦੋਵੇਂ ਵਿਆਹ ਨਹੀਂ ਕਰ ਲੈਂਦੇ, ਅਸੀਂ ਦੋਵੇਂ ਇੱਕ ਦੂਜੇ ਨੂੰ ਹੱਥ ਵੀ ਨਹੀਂ ਲਗਾਵਾਂਗੇ। ਅਤੇ ਅੱਜ 1 ਸਾਲ ਬਾਅਦ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ। ਮੈਂ ਵੀ ਉਸ ਦੇ ਬਿਨਾਂ ਪਾਗਲ ਹੋ ਚੁੱਕੀ ਸੀ। ਉਸ ਦੇ ਬਿਨਾਂ ਰਹਿਣਾ ਮੇਰੇ ਲਈ ਮੁਸ਼ਕਲ ਹੋ ਗਿਆ ਸੀ। ਉਸ ਦੇ ਲਈ ਸਾਹ ਲੈਣਾ ਵੀ ਮੇਰੇ ਲਈ ਮੁਸ਼ਕਲ ਸੀ। 2 ਦਿਨਾਂ ਤੋਂ ਉਹ ਬਹੁਤ ਹੀ ਅਜੀਬ ਅਤੇ ਉਲਝੀਆਂ ਹੋਈਆਂ ਗੱਲਾਂ ਕਰ ਰਿਹਾ ਸੀ। ਉਸ ਦੀਆਂ ਗੱਲਾਂ ਦਾ ਮੈਂ ਮਤਲਬ ਨਹੀਂ ਸਮਝ ਸਕਦੀ ਸੀ। ਇਸ ਕਰਕੇ ਫੋਨ ਇੱਕ ਪਾਸੇ ਰੱਖ ਕੇ ਮੈਂ ਕੰਮ ਦੇ ਵਿੱਚ ਲੱਗ ਜਾਂਦੀ। ਪਰ ਅੱਜ ਰਾਤ ਫਿਰ ਤੋਂ ਜਦੋਂ ਉਸਨੇ ਮੇਰੇ ਨਾਲ ਅਜੀਬ ਗੱਲਾਂ ਕੀਤੀਆਂ ਤਾਂ ਮੈਂ ਸਾਫ਼-ਸਾਫ਼ ਉਸ ਨੂੰ ਕਹਿ ਦਿੱਤਾ ਕਿ ਮੈਂ ਨਾ ਤਾਂ ਤੇਰੀਆਂ ਗੱਲਾਂ ਨੂੰ ਸਮਝ ਸਕਦੀ ਹਾਂ ਅਤੇ ਨਾ ਹੀ ਤੁਹਾਡੇ ਵਿਵਹਾਰ ਨੂੰ, ਕਿਉਂਕਿ ਨਾ ਤਾਂ ਅਮਿਤ ਮੈਨੂੰ ਸਮਾਂ ਦੇ ਰਿਹਾ ਸੀ ਅਤੇ ਨਾ ਹੀ ਮੇਰੇ ਨਾਲ ਠੀਕ ਤਰੀਕੇ ਨਾਲ ਗੱਲ ਕਰਦਾ ਸੀ। ਮੇਰੀ ਗੱਲ ਸੁਣ ਕੇ ਅਮਿਤ ਨੇ ਵੀ ਸਾਫ਼ ਕਹਿ ਦਿੱਤਾ ਕਿ ਉਹ ਮੇਰੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਮਿਲਣ ਦੀ ਇੱਛਾ ਰੱਖਦਾ ਹੈ। ਜੇਕਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਤਾਂ ਉਹ ਮੈਨੂੰ ਜਲਦੀ ਹੀ ਛੱਡ ਦੇਵੇਗਾ, ਕਿਉਂਕਿ ਹੁਣ ਉਹ ਮੇਰੇ ਲਈ ਬਹੁਤ ਭਾਵੁਕ ਹੋ ਚੁੱਕਿਆ ਹੈ ਅਤੇ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦਾ ਕਿ ਉਹ ਮੇਰੇ ਤੋਂ ਇੱਕ ਪਲ ਵੀ ਦੂਰ ਰਹੇ। ਮੈਂ ਉਸਦੇ ਪਿਆਰ ਦੇ ਵਿੱਚ ਇੰਨੀ ਪਾਗਲ ਹੋ ਗਈ ਸੀ ਕਿ ਉਸ ਦੀਆਂ ਗੱਲਾਂ ਮੈਨੂੰ ਸਿਰਫ ਪਿਆਰ ਦੇ ਸ਼ਬਦ ਹੀ ਲੱਗ ਰਹੀਆਂ ਸਨ, ਪਰ ਉਹ ਸਿਰਫ ਮੈਨੂੰ ਬਹਿਲਾ ਰਿਹਾ ਸੀ ਅਤੇ ਮੈਂ ਉਸਦੇ ਸ਼ਬਦਾਂ ਦੇ ਜਾਦੂ ਦੇ ਵਿੱਚ ਫਸਦੀ ਜਾ ਰਹੀ ਸੀ। ਪਰ ਮੈਂ ਹੋਟਲ ਦੇ ਕਮਰੇ ਦੇ ਵਿੱਚ ਮਿਲਣ ਦਾ ਮਤਲਬ ਚੰਗੀ ਤਰ੍ਹਾਂ ਸਮਝਦੀ ਸੀ। ਮੈਂ ਕੋਈ ਬੱਚੀ ਨਹੀਂ ਸੀ। ਮੈਂ ਉਸ ਨੂੰ ਸਮਝਾਉਣ ਦੀ ਆਪਣੀ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਕਿ ਚਲੋ ਆਪਣੇ ਘਰ, ਮੈਂ ਰਿਸ਼ਤੇ ਦੀ ਗੱਲ ਕਰਦੀ ਹਾਂ, ਤੁਸੀਂ ਆਪਣੇ ਮਾਂ-ਬਾਪ ਨੂੰ ਲੈ ਕੇ ਮੇਰੇ ਘਰ ਆਓ, ਮੈਂ ਆਪਣੇ ਮਾਂ-ਬਾਪ ਨੂੰ ਮਨਾ ਲਵਾਂਗੀ। ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ ਉਹ ਪਹਿਲਾਂ ਆਪਣਾ ਕੈਰੀਅਰ ਬਣਾਵੇਗਾ, ਫਿਰ ਆਪਣੇ ਪੈਰਾਂ ਤੇ ਖੜਾ ਹੋਵੇਗਾ, ਇੱਕ ਘਰ ਖਰੀਦੇਗਾ, ਇੱਕ ਗੱਡੀ ਲਵੇਗਾ, ਉਸ ਤੋਂ ਬਾਅਦ ਹੀ ਉਹ ਮੇਰੇ ਨਾਲ ਵਿਆਹ ਕਰੇਗਾ, ਕਿਉਂਕਿ ਵਿਆਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਇੰਨੀ ਜਲਦੀ ਵਿਆਹ ਦੇ ਝਮੇਲਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਉਸਦੇ ਇਸ ਜਵਾਬ ਤੇ ਮੈਂ ਹੈਰਾਨ ਰਹਿ ਗਈ ਸੀ, ਕਿਉਂਕਿ ਰਿਸ਼ਤੇ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਗੱਲਾਂ ਸਾਡੇ ਲਈ ਬਹੁਤ ਅਹਿਮ ਸਨ ਕਿ ਕਦੇ ਵੀ ਅਸੀਂ ਇੱਕ ਦੂਜੇ ਨਾਲ ਗਲਤ ਰਿਸ਼ਤਾ ਨਹੀਂ ਬਣਾਵਾਂਗੇ ਅਤੇ ਨਾ ਹੀ ਕਦੇ ਵਿਆਹ ਕਰਨ ਦੇ ਵਿੱਚ ਸਮਾਂ ਲਗਾਵਾਂਗੇ। ਪਰ ਹੁਣ ਅਮਿਤ ਦੀਆਂ ਗੱਲਾਂ ਸੁਣ ਕੇ ਮੈਨੂੰ ਡਰ ਲੱਗਣ ਲੱਗ ਗਿਆ ਸੀ। ਮੈਂ ਸਾਫ਼-ਸਾਫ਼ ਉਸ ਨੂੰ ਮਨਾ ਕਰ ਦਿੱਤਾ ਕਿ ਮੈਂ ਇਸ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਨਹੀਂ ਕਰਾਂਗੀ ਜੋ ਮੇਰੀ ਇੱਜ਼ਤ ਤੇ ਉਂਗਲੀ ਉਠਾਉਣ ਦਾ ਕਾਰਨ ਬਣੇ। ਅਚਾਨਕ ਉਸ ਨੇ ਜੋ ਗੱਲ ਕਹੀ, ਉਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਮਿਤ ਦਾ ਕਹਿਣਾ ਸੀ ਕਿ ਫਿਰ ਤੁਸੀਂ ਮੈਨੂੰ ਛੱਡ ਦਿਓ, ਮੈਂ ਆਪਣੇ ਲਈ ਕੋਈ ਅਜਿਹੀ ਲੜਕੀ ਲੱਭ ਲਵਾਂਗਾ ਜੋ ਮੇਰੀਆਂ ਖਵਾਇਸ਼ਾਂ ਨੂੰ ਪੂਰਾ ਕਰ ਸਕੇ। ਜੇਕਰ ਤੁਸੀਂ ਮੇਰੀਆਂ ਖਵਾਇਸ਼ਾਂ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਫਿਰ ਮੈਂ ਇੱਧਰ ਉੱਧਰ ਹੀ ਮੂੰਹ ਮਾਰਾਂਗਾ। ਇਹ ਸੁਣ ਕੇ ਮੈਂ ਬਿਲਕੁਲ ਸੁੰਨ ਹੋ ਗਈ ਸੀ ਅਤੇ ਅਮਿਤ ਇਹ ਕਹਿ ਕੇ ਫੋਨ ਬੰਦ ਕਰ ਚੁੱਕਿਆ ਸੀ। ਮੈਂ ਆਪਣੇ ਆਪ ਨੂੰ ਬਹੁਤ ਮੁਸ਼ਕਲ ਦੇ ਨਾਲ ਸੰਭਾਲਿਆ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ। ਉਸਨੇ ਕਿੰਨੀ ਆਸਾਨੀ ਦੇ ਨਾਲ ਕਹਿ ਦਿੱਤਾ ਸੀ ਕਿ ਉਹ ਮੈਨੂੰ ਛੱਡ ਦੇਵੇਗਾ ਅਤੇ ਆਪਣੇ ਲਈ ਇੱਕ ਅਜਿਹੀ ਲੜਕੀ ਲੱਭੇਗਾ ਜੋ ਉਸ ਦੀਆਂ ਖਵਾਇਸ਼ਾਂ ਨੂੰ ਪੂਰਾ ਕਰ ਸਕੇ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਸੀ, ਜੋ ਉਹ ਵਿਆਹ ਤੋਂ ਪਹਿਲਾਂ ਇਹ ਸਭ ਕੁਝ ਕਰਨਾ ਚਾਹੁੰਦਾ ਸੀ, ਪਰ ਇਹ ਸੰਭਵ ਨਹੀਂ ਸੀ। ਮੈਂ ਆਪਣੇ ਮਾਤਾ-ਪਿਤਾ ਦੀ ਇੱਕੋ ਇੱਕ ਅਤੇ ਇੱਜ਼ਤਦਾਰ ਲੜਕੀ ਸੀ। ਮੈਂ ਕਿਵੇਂ ਅਮਿਤ ਦੇ ਨਾਲ ਵਿਆਹ ਤੋਂ ਪਹਿਲਾਂ ਹੀ ਰਿਸ਼ਤਾ ਬਣਾ ਸਕਦੀ ਸੀ? ਮੈਂ ਆਪਣੇ ਹੰਝੂ ਧੱਕੇ
ਧੱਕੇ ਨਾਲ ਪੂੰਝ ਲਏ ਅਤੇ ਮੰਮੀ ਦੀ ਆਵਾਜ਼ ਤੇ ਉੱਠ ਕੇ ਕਮਰੇ ਤੋਂ ਬਾਹਰ ਆ ਗਈ ਸੀ। ਮੇਰੀ ਮਾਂ ਕਿਚਨ ਦੇ ਵਿੱਚ ਖਾਣਾ ਬਣਾ ਰਹੀ ਸੀ ਅਤੇ ਥੋੜੇ ਹੀ ਸਮੇਂ ਦੇ ਵਿੱਚ ਪਾਪਾ ਵੀ ਆਉਣ ਵਾਲੇ ਸਨ। ਇਸ ਕਰਕੇ ਮੰਮੀ ਨੇ ਜਲਦੀ ਨਾਲ ਮੈਨੂੰ ਲੌਬੀ ਦੀ ਸਫਾਈ ਕਰਨ ਦਾ ਹੁਕਮ ਦਿੱਤਾ। ਮੇਰਾ ਮਨ ਤਾਂ ਕੀਤਾ ਕਿ ਮੈਂ ਮਨਾ ਕਰ ਦਿਆਂ, ਪਰ ਫਿਰ ਮੇਰੇ ਮਨ ਦੇ ਵਿੱਚ ਕਈ ਸਵਾਲ ਉੱਠਣ ਲੱਗੇ। ਇਸ ਕਰਕੇ ਮੈਂ ਚੁੱਪਚਾਪ ਬੁਝਿਆ ਹੋਇਆ ਦਿਲ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ਾਇਦ ਇਸ ਦੇ ਨਾਲ ਮੇਰਾ ਦਿਲ ਬਹਿਲ ਜਾਵੇ, ਪਰ ਮੈਂ ਜਲਦੀ ਹੀ ਸਫਾਈ ਤੋਂ ਅੱਕ ਗਈ ਸੀ ਅਤੇ ਮਰੇ ਹੋਏ ਦਿਲ ਦੇ ਨਾਲ ਆਪਣਾ ਕੰਮ ਖਤਮ ਕਰਕੇ ਕਮਰੇ ਦੇ ਵਿੱਚ ਆ ਗਈ। ਮੇਰੀ ਮਾਂ ਨੇ ਮੈਨੂੰ ਰਾਤ ਦੇ ਖਾਣੇ ਤੇ ਵੀ ਬੁਲਾਇਆ, ਪਰ ਮੈਂ ਰੋ ਰੋ ਕੇ ਆਪਣੀਆਂ ਅੱਖਾਂ ਇੰਨੀਆਂ ਸੁਜਾ ਲਈਆਂ ਸਨ ਕਿ ਜੇਕਰ ਮੈਂ ਬਾਹਰ ਜਾਂਦੀ ਤਾਂ ਪਾਪਾ ਜ਼ਰੂਰ ਮੈਨੂੰ ਪੁੱਛਦੇ ਕਿ ਤੁਸੀਂ ਰੋਏ ਹੋ, ਅਤੇ ਮੇਰੇ ਕੋਲ ਉਹਨਾਂ ਨੂੰ ਜਵਾਬ ਦੇਣ ਦੇ ਲਈ ਕੋਈ ਸ਼ਬਦ ਨਹੀਂ ਸਨ। ਇਸ ਕਰਕੇ ਮੈਂ ਕਮਰੇ ਦੇ ਵਿੱਚ ਰਹਿਣਾ ਹੀ ਸਹੀ ਸਮਝਿਆ। ਰਾਤ ਦੇ 12 ਵੱਜ ਚੁੱਕੇ ਸਨ ਅਤੇ ਮੇਰੇ ਦਿਲ ਦੇ ਵਿੱਚ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋ ਰਹੀ ਹੋਵੇ। ਸਵੇਰ ਤੋਂ ਸ਼ਾਮ ਹੋ ਗਈ ਸੀ, ਪਰ ਮੇਰੀ ਅਮਿਤ ਦੇ ਨਾਲ ਇੱਕ ਵਾਰ ਵੀ ਗੱਲ ਨਹੀਂ ਹੋਈ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਇਨਸਾਨ ਮੇਰੀ ਪੂਰੀ ਦੁਨੀਆ ਹੋਵੇ। ਉਸ ਦਾ ਗੱਲ ਨਾ ਕਰਨਾ ਮੈਨੂੰ ਸਜ਼ਾ ਲੱਗ ਰਿਹਾ ਸੀ। ਉਹ ਇਨਸਾਨ ਮੇਰੇ ਲਈ ਕਿਸੇ ਜ਼ਰੂਰੀ ਚੀਜ਼ ਦੀ ਤਰ੍ਹਾਂ ਬਣ ਗਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਕਿਸੇ ਨਸ਼ੇ ਦੀ ਹਾਲਤ ਦੇ ਵਿੱਚ ਸੀ। ਮੈਂ ਜਲਦੀ ਨਾਲ ਅਮਿਤ ਨੂੰ ਫੋਨ ਮਿਲਾਇਆ ਤੇ ਦੂਜੀ ਘੰਟੀ ਤੇ ਹੀ ਉਸਨੇ ਫੋਨ ਚੱਕ ਲਿਆ ਸੀ। ਮੇਰਾ ਰੋਣਾ ਫੋਨ ਦੇ ਵਿੱਚ ਸੁਣਾਈ ਦੇ ਰਿਹਾ ਸੀ ਤੇ ਉਹ ਅਚਾਨਕ ਤੋਂ ਚਿੜ ਗਿਆ ਤੇ ਗੁੱਸੇ ਦੇ ਵਿੱਚ ਬੋਲਿਆ, ਚੁੱਪ ਹੋ ਜਾਓ ਬਿੰਦੂ, ਜੇਕਰ ਤੁਸੀਂ ਮੇਰੀ ਗੱਲ ਨੂੰ ਮੰਨਣ ਦੇ ਲਈ ਫੋਨ ਕੀਤਾ ਹੈ ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਜੇਕਰ ਤੁਸੀਂ ਮੇਰੀ ਸ਼ਰਤ ਨੂੰ ਨਹੀਂ ਮੰਨਦੇ ਤਾਂ ਮੈਂ ਫੋਨ ਰੱਖ ਦਿੰਦਾ ਹਾਂ। ਮੈਂ ਤੁਹਾਡੇ ਵਰਗੀ ਲੜਕੀ ਦੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਜਿਸ ਨੂੰ ਆਪਣੇ ਪਿਆਰ ਦੀ ਪਰਵਾਹ ਹੀ ਨਹੀਂ। ਤੁਸੀਂ ਜਾਣਦੇ ਹੋ ਨਾ, ਮੈਂ ਜਵਾਨ ਹਾਂ, ਇੱਧਰ ਉੱਧਰ ਭੜਕ ਸਕਦਾ ਹਾਂ ਆਪਣੇ ਖਵਾਇਸ਼ਾਂ ਨੂੰ ਪੂਰੀਆਂ ਕਰਨ ਦੇ ਲਈ। ਜੇਕਰ ਮੈਂ ਆਪਣੇ ਪਿਆਰ ਦੇ ਕੋਲ ਨਹੀਂ ਜਾਵਾਂਗਾ ਤਾਂ ਫਿਰ ਮੈਂ ਕਿਸੇ ਹੋਰ ਦੇ ਕੋਲ ਜਾਵਾਂਗਾ। ਅਤੇ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਹੈ ਬਿੰਦੂ, ਜਲਦੀ ਹੀ ਅਸੀਂ ਵਿਆਹ ਕਰ ਲਵਾਂਗੇ। ਸਾਡੇ ਵਿਚਕਾਰ ਬਣਨ ਵਾਲਾ ਰਿਸ਼ਤਾ ਨਜਾਇਜ਼ ਨਹੀਂ, ਜਾਇਜ਼ ਹੋਵੇਗਾ। ਨਜਾਇਜ਼ ਤਾਂ ਹੁੰਦਾ ਜੇਕਰ ਮੈਂ ਤੁਹਾਡੇ ਨਾਲ ਰਿਸ਼ਤਾ ਬਣਾ ਕੇ ਛੱਡ ਦਿੰਦਾ, ਪਰ ਤੁਹਾਨੂੰ ਮੇਰਾ ਵਿਸ਼ਵਾਸ ਕਰਨਾ ਪਵੇਗਾ ਕਿ ਮੈਂ ਇਸ ਤਰ੍ਹਾਂ ਦਾ ਕੋਈ ਵੀ ਕਦਮ ਚੱਕਣ ਵਾਲਾ ਨਹੀਂ ਹਾਂ। ਮੈਂ ਤੁਹਾਡੇ ਨਾਲ ਪੂਰੀ ਜ਼ਿੰਦਗੀ ਬਿਤਾਵਾਂਗਾ। ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ ਕਿ ਤੂੰ ਬਦਨਾਮ ਹੋ ਜਾਵੇਗੀ ਜਾਂ ਤੁਹਾਡੀ ਇੱਜ਼ਤ ਤੇ ਦਾਗ ਲੱਗ ਜਾਵੇਗਾ? ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ। ਜੋ ਅਸੀਂ ਹੁਣ ਕਰ ਰਹੇ ਹਾਂ ਉਹੀ ਤਾਂ ਅਸੀਂ ਵਿਆਹ ਤੋਂ ਬਾਅਦ ਵੀ ਕਰਨਾ ਹੈ, ਤਾਂ ਫਿਰ ਹੁਣ ਕਰਨ ਦੇ ਵਿੱਚ ਕੀ ਬੁਰਾਈ ਹੈ? ਬਿੰਦੂ, ਸਮਝਣ ਦੀ ਕੋਸ਼ਿਸ਼ ਕਰੋ। ਮੈਂ ਇੱਕ ਜਵਾਨ ਮਰਦ ਹਾਂ, ਮੇਰੇ ਵੀ ਕੁਝ ਜਜ਼ਬਾਤ ਹਨ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ। ਮੇਰਾ ਜੀ ਵੀ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕਰਾਂ, ਤੁਹਾਡੇ ਨਾਲ ਸਭ ਕੁਝ ਕਰਾਂ ਜੋ ਤੁਹਾਡੇ ਨਾਲ ਮੈਂ ਸੁਪਨਿਆਂ ਦੇ ਵਿੱਚ ਦੇਖਦਾ ਹਾਂ। ਜੇਕਰ ਮੈਂ ਇੱਧਰ ਉੱਧਰ ਭੜਕ ਗਿਆ ਤਾਂ ਫਿਰ ਮੇਰੇ ਅੱਗੇ ਸ਼ਿਕਾਇਤ ਨਾ ਕਰਿਓ। ਠੰਡੇ ਦਿਮਾਗ ਦੇ ਨਾਲ ਸੋਚੋ ਕਿ ਸਾਡੇ ਵਿਚਕਾਰ ਬਣਨ ਵਾਲਾ ਰਿਸ਼ਤਾ ਗਲਤ ਨਹੀਂ ਹੈ ਤੇ ਚੰਗਾ ਹੀ ਹੈ ਨਾ, ਕਿ ਮੈਂ ਕਿਸੇ ਹੋਰ ਲੜਕੀ ਦੀ ਇੱਜ਼ਤ ਖਰਾਬ ਨਹੀਂ ਕਰਾਂਗਾ। ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝ ਰਹੇ ਹੋ? ਅਮਿਤ ਦੀਆਂ ਗੱਲਾਂ ਸੁਣ ਕੇ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਰੋਂਦੀ ਹੋਈ ਬੋਲੀ ਕਿ ਰੱਬ ਦਾ ਵਾਸਤਾ ਅਮਿਤ, ਇਸ ਤਰ੍ਹਾਂ ਨਾ ਕਹੋ। ਤੁਸੀਂ ਕਿਉਂ ਨਹੀਂ ਸਮਝ ਰਹੇ? ਇਹ ਹਰਾਮ ਹੈ ਅਤੇ ਹਰਾਮ ਦੀ ਮਾਫੀ ਰੱਬ ਦੇ ਕੋਲ ਨਹੀਂ ਹੈ। ਜੇਕਰ ਅਸੀਂ ਇਹ ਕੰਮ ਵਿਆਹ ਤੋਂ ਪਹਿਲਾਂ ਕੀਤਾ ਤਾਂ ਉਹ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ। ਸਾਡੀ ਨਸਲ ਅੱਗੇ ਨਹੀਂ ਵਧੇਗੀ, ਬਲਕਿ ਅਸੀਂ ਬਦਨਾਮ ਹੋ ਜਾਵਾਂਗੇ। ਪੂਰਾ ਸਮਾਜ ਸਾਡੇ ਤੇ ਥੂ ਥੂ ਕਰੇਗਾ। ਤੁਸੀਂ ਕਿਉਂ ਨਹੀਂ ਸਮਝਦੇ? ਤੁਸੀਂ ਤਾਂ ਪੜ੍ਹੇ ਲਿਖੇ ਇਨਸਾਨ ਹੋ। ਜਦੋਂ ਕਿ ਅਮਿਤ ਅਚਾਨਕ ਹੀ ਚੀਕ ਉੱਠਿਆ ਕਿ ਜੇਕਰ ਤੁਸੀਂ ਮੈਨੂੰ ਧਰਮ ਦਾ ਪਾਠ ਪੜ੍ਹਾਉਣਾ ਹੈ ਤਾਂ ਮੈਂ ਫੋਨ ਬੰਦ ਕਰ ਦਿੰਦਾ ਹਾਂ। ਮੈਨੂੰ ਇਹ ਬਕਵਾਸ ਗੱਲਾਂ ਸੁਣਨ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ। ਜੇਕਰ ਮੈਂ ਲੈਕਚਰ ਹੀ ਸੁਣਨਾ ਹੁੰਦਾ ਤਾਂ ਮੈਨੂੰ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਕਰਨਾ ਹੈ ਤਾਂ ਬੋਲੋ, ਨਹੀਂ ਤਾਂ ਮੈਂ ਫੋਨ ਬੰਦ ਕਰਦਾ ਹਾਂ। ਮੈਂ ਹਾਰ ਮੰਨ ਕੇ ਆਪਣਾ ਸਿਰ ਗੋਡਿਆਂ ਦੇ ਵਿੱਚ ਦੇ ਦਿੱਤਾ ਅਤੇ ਫੋਨ ਬੰਦ ਕਰਕੇ ਇੱਕ ਪਾਸੇ ਲੇਟ ਗਈ। ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ। ਮੇਰੇ ਮਾਂ-ਬਾਪ ਮੇਰੇ ਲਈ ਸਭ ਕੁਝ ਸਨ। ਜੇਕਰ ਮੈਂ ਇਹ ਕਦਮ ਚੱਕ ਲੈਂਦੀ ਤਾਂ ਪਤਾ ਨਹੀਂ ਮੇਰੀ ਕਿੰਨੀ ਬਦਨਾਮੀ ਹੁੰਦੀ। ਅਤੇ ਇਹ ਸੋਚ ਕੇ ਮੇਰੀ ਹਾਲਤ ਵਿਗੜ ਰਹੀ ਸੀ। ਅੱਧੀ ਰਾਤ ਤੱਕ ਮੈਂ ਰੋਂਦੀ ਰਹੀ ਕਿਉਂਕਿ ਮੈਂ ਕੋਈ ਫੈਸਲਾ ਨਹੀਂ ਲੈ ਸਕਦੀ ਸੀ। ਤਾਂ ਫਿਰ ਅੱਧੀ ਰਾਤ ਦੇ ਸਮੇਂ ਅਚਾਨਕ ਮੇਰਾ ਦਿਮਾਗ ਘੁੰਮ ਗਿਆ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੇਰੇ ਦਿਮਾਗ ਤੇ ਸ਼ੈਤਾਨ ਨੇ ਕਬਜ਼ਾ ਕਰ ਲਿਆ ਹੋਵੇ। ਮੈਂ ਸਭ ਕੁਝ ਨਜ਼ਰਅੰਦਾਜ਼ ਕਰ ਦਿੱਤਾ ਸੀ, ਇੱਥੋਂ ਤੱਕ ਕਿ ਆਪਣੇ ਮਾਤਾ ਪਿਤਾ ਦੀ ਇੱਜ਼ਤ, ਆਪਣੀ ਇੱਜ਼ਤ, ਜ਼ਮਾਨੇ ਦਾ ਡਰ, ਸਭ ਕੁਝ। ਮੈਂ ਸਿਰਫ ਅਮਿਤ ਨੂੰ ਪਹਿਲ ਦਿੱਤੀ ਅਤੇ ਉਸਨੂੰ ਫੋਨ ਮਿਲਾ ਦਿੱਤਾ। ਪਹਿਲੀ ਕਾਲ ਤੇ ਫੋਨ ਅਮਿਤ ਨੇ ਚੱਕ ਲਿਆ ਸੀ। ਮੈਂ ਰੋਂਦੀ ਹੋਈ ਉਸਦੇ ਨਾਲ ਗੱਲ ਕਰਨ ਲੱਗੀ ਅਤੇ ਜਦੋਂ ਉਸਨੇ ਫਿਰ ਤੋਂ ਫੋਨ ਬੰਦ ਕਰਨਾ ਚਾਹਿਆ, ਮੈਂ ਰੋਂਦੇ ਹੋਏ ਕਿਹਾ, ਅਮਿਤ, ਮੈਂ ਤੁਹਾਡੇ ਨਾਲ ਸਭ ਕੁਝ ਕਰਨ ਦੇ ਲਈ ਤਿਆਰ ਹਾਂ, ਪਰ ਦੇਖੋ ਕਿਤੇ ਕੋਈ ਗੜਬੜ ਤਾਂ ਨਹੀਂ ਹੋਵੇਗੀ ਨਾ? ਜੇਕਰ ਕਿਸੇ ਨੂੰ
ਪਤਾ ਲੱਗ ਗਿਆ ਤਾਂ ਕੀ ਹੋਵੇਗਾ। ਉਸਦੇ ਲਹਿਜੇ ਦੇ ਵਿੱਚ ਹੁਣ ਖੁਸ਼ੀ ਦਿਖਾਈ ਦੇ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਹੁਣ ਉਸ ਦੇ ਮਨ ਨੂੰ ਸਕੂਨ ਮਿਲ ਗਿਆ ਹੋਵੇ। ਖੁਸ਼ ਹੋ ਕੇ ਬੋਲਿਆ, ਬੇਵਕੂਫ, ਕੁਝ ਨਹੀਂ ਹੋਵੇਗਾ, ਮੇਰੇ ਤੇ ਭਰੋਸਾ ਰੱਖੋ। ਮੈਂ ਤੁਹਾਡਾ ਹੋਣ ਵਾਲਾ ਪਤੀ ਹਾਂ, ਕਦੇ ਵੀ ਤੁਹਾਡੀ ਇੱਜ਼ਤ ਤੇ ਦਾਗ ਨਹੀਂ ਲੱਗਣ ਦਿਆਂਗਾ। ਮੈਂ ਮਰ ਜਾਵਾਂਗਾ ਪਰ ਤੁਹਾਡੇ ਤੇ ਉਂਗਲੀ ਨਹੀਂ ਉੱਠਣ ਦਿਆਂਗਾ। ਉਸਨੇ ਮੈਨੂੰ ਯਕੀਨ ਦਿਵਾ ਦਿੱਤਾ ਅਤੇ ਮੈਂ ਉਸਦੀਆਂ ਗੱਲਾਂ ਦੇ ਵਿੱਚ ਆ ਕੇ ਉਸਦੇ ਨਾਲ ਸਭ ਕੁਝ ਕਰਨ ਦੇ ਲਈ ਤਿਆਰ ਹੋ ਗਈ ਸੀ। ਅਗਲੀ ਸਵੇਰ ਜਦੋਂ ਮੈਂ ਕਾਲਜ ਦੇ ਲਈ ਨਿਕਲਣ ਲੱਗੀ ਤਾਂ ਮੈਂ ਦੇਖਿਆ ਕਿ ਪਾਪਾ ਸਾਹਮਣੇ ਹੀ ਮੇਜ਼ ਤੇ ਬੈਠੇ ਨਾਸ਼ਤਾ ਕਰ ਰਹੇ ਸਨ। ਉਹਨਾਂ ਨੂੰ ਇੰਨੀ ਸਵੇਰ ਜਾਗਦੇ ਹੋਏ ਦੇਖ ਕੇ ਮੈਨੂੰ ਹੈਰਾਨੀ ਹੋਈ। ਮੈਂ ਜਲਦੀ ਦੇ ਨਾਲ ਉਹਨਾਂ ਦੇ ਕੋਲ ਗਈ ਤਾਂ ਸਿਰ ਝੁਕਾ ਕੇ ਉਹਨਾਂ ਤੋਂ ਅਸ਼ੀਰਵਾਦ ਲਿਆ। ਉਹਨਾਂ ਨੇ ਵੀ ਮੇਰੇ ਸਿਰ ਤੇ ਪਿਆਰ ਭਰਿਆ ਹੱਥ ਰੱਖਿਆ ਅਤੇ ਮੈਨੂੰ ਬਹੁਤ ਸਾਰਾ ਅਸ਼ੀਰਵਾਦ ਦਿੱਤਾ। ਉਹਨਾਂ ਦੇ ਅਸ਼ੀਰਵਾਦ ਵਿੱਚ ਇੱਕ ਹੀ ਗੱਲ ਹੁੰਦੀ ਸੀ ਕਿ ਪ੍ਰਮਾਤਮਾ ਤੁਹਾਡੀ ਕਿਸਮਤ ਚੰਗੀ ਕਰੇ। ਉਹਨਾਂ ਨੇ ਮੈਨੂੰ ਆਪਣੇ ਨਾਲ ਨਾਸ਼ਤਾ ਕਰਨ ਦੀ ਸਲਾਹ ਦਿੱਤੀ। ਵੈਸੇ ਤਾਂ ਮੈਨੂੰ ਕਾਫੀ ਦੇਰ ਹੋ ਰਹੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਅਮਿਤ ਮੇਰਾ ਕਾਲਜ ਤੋਂ ਇੱਕ ਸਟਾਪ ਪਹਿਲਾਂ ਇੰਤਜ਼ਾਰ ਕਰ ਰਿਹਾ ਹੋਵੇਗਾ, ਪਰ ਪਾਪਾ ਦੀ ਗੱਲ ਨੂੰ ਮੈਂ ਟਾਲ ਨਹੀਂ ਸਕਦੀ ਸੀ। ਉਸੇ ਸਮੇਂ ਹੀ ਮੰਮੀ ਵੀ ਮੇਜ਼ ਤੇ ਆ ਚੁੱਕੀ ਸੀ। ਇਸ ਕਰਕੇ ਮੈਂ ਸੋਚਿਆ ਕਿ ਬੈਠ ਜਾਣਾ ਹੀ ਠੀਕ ਹੋਵੇਗਾ, ਨਹੀਂ ਤਾਂ ਇਹ ਲੋਕ ਸ਼ੱਕ ਦੇ ਵਿੱਚ ਪੈ ਜਾਂਦੇ। ਮੈਂ ਉਹਨਾਂ ਦੇ ਕੋਲ ਹੀ ਬੈਠ ਗਈ। ਇਹਦੇ ਚੁੱਪਚਾਪ ਨਾਸ਼ਤਾ ਕਰਨ ਲੱਗੀ। ਅਚਾਨਕ ਪਾਪਾ ਮੇਰੇ ਵੱਲ ਦੇਖਦੇ ਹੋਏ ਬੋਲੇ, ਤੁਹਾਨੂੰ ਪਤਾ ਹੈ ਬਿੰਦੂ, ਕੱਲ ਰਾਤ ਮੇਰਾ ਇੱਕ ਦੋਸਤ ਮੇਰੇ ਕੋਲ ਆਇਆ ਸੀ। ਉਹ ਆਪਣੇ ਬੇਟੇ ਦੀਆਂ ਇੰਨੀਆਂ ਬੁਰਾਈਆਂ ਕਰ ਰਿਹਾ ਸੀ ਕਿ ਜਿਸ ਦੀ ਕੋਈ ਹੱਦ ਨਹੀਂ। ਉਹ ਬਾਰ-ਬਾਰ ਇਹੀ ਕਹਿ ਰਿਹਾ ਸੀ ਕਿ ਉਸ ਦਾ ਬੇਟਾ ਨਾ ਤਾਂ ਪੜ੍ਹਾਈ ਦੇ ਵਿੱਚ ਚੰਗਾ ਹੈ ਅਤੇ ਨਾ ਹੀ ਉਹ ਮਾਤਾ-ਪਿਤਾ ਦੀ ਇੱਜ਼ਤ ਕਰਦਾ ਹੈ ਅਤੇ ਨਾ ਹੀ ਉਸਨੂੰ ਕਿਸੇ ਚੀਜ਼ ਦਾ ਸ਼ੌਂਕ ਹੈ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਸੀ ਕਿ ਔਲਾਦ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਅਤੇ ਉਸੇ ਸਮੇਂ ਹੀ ਮੈਂ ਤੁਹਾਡੀ ਉਦਾਹਰਨ ਦਿੱਤੀ ਸੀ ਕਿ ਮੇਰੀ ਬੇਟੀ ਕਿੰਨੀ ਲਾਇਕ ਅਤੇ ਕਾਬਲ ਹੈ। ਉਹ ਸਾਡੀ ਇੰਨੀ ਜ਼ਿਆਦਾ ਇੱਜ਼ਤ ਕਰਦੀ ਹੈ ਕਿ ਮੇਰੇ ਹਰ ਇੱਕ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਮੈਨੂੰ ਆਪਣੀ ਬੇਟੀ ਤੇ ਬਹੁਤ ਮਾਣ ਹੈ। ਪਾਪਾ ਦੀਆਂ ਗੱਲਾਂ ਸੁਣ ਕੇ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਮੇਰੇ ਦਿਲ ਨੂੰ ਮੁੱਠੀ ਵਿੱਚ ਘੁੱਟ ਲਿਆ ਹੋਵੇ ਕਿ ਅੱਜ ਮੈਂ ਆਪਣੇ ਮਾਤਾ-ਪਿਤਾ ਦਾ ਉਹ ਮਾਣ, ਉਹ ਭਰੋਸਾ ਤੋੜਨ ਜਾ ਰਹੀ ਸੀ। ਮੇਰੀ ਜ਼ਮੀਰ ਨੇ ਮੈਨੂੰ ਝੰਜੋੜਿਆ ਸੀ, ਪਰ ਜਲਦੀ ਨਾਲ ਮੈਂ ਆਪਣੀ ਜ਼ਮੀਰ ਨੂੰ ਸ਼ਾਂਤ ਕਰ ਦਿੱਤਾ, ਇਹ ਸੋਚਦੇ ਹੋਏ ਕਿ ਕੋਈ ਗੱਲ ਨਹੀਂ, ਵਿਆਹ ਤਾਂ ਮੇਰਾ ਅਮਿਤ ਦੇ ਨਾਲ ਹੀ ਹੋਣਾ ਹੈ ਤਾਂ ਫਿਰ ਅੱਜ ਇਹ ਸਭ ਕੁਝ ਕਰ ਲੈਣਾ ਚਾਹੀਦਾ ਹੈ। ਚੰਗਾ ਹੀ ਹੈ, ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਵੇਗਾ। ਮੰਮੀ ਵੀ ਪਾਪਾ ਦਾ ਸਾਥ ਦਿੰਦੇ ਹੋਏ ਮੇਰੀਆਂ ਤਾਰੀਫਾਂ ਦੇ ਪੁੱਲ ਬੰਨ ਰਹੀ ਸੀ। ਕਹਿਣ ਲੱਗੀ, ਸਾਡੀ ਬੇਟੀ ਵਾਕਈ ਬਹੁਤ ਚੰਗੀ ਹੈ ਤੇ ਉਸ ਤਰ੍ਹਾਂ ਦੀ ਨਹੀਂ ਹੈ ਜੋ ਬੇਟੀਆਂ ਆਪਣੇ ਮਾਤਾ-ਪਿਤਾ ਦੀ ਨੱਕ ਵਢਵਾ ਦਿੰਦੀਆਂ ਹਨ। ਅੱਜ ਮੇਰੇ ਮਾਤਾ-ਪਿਤਾ ਦੀਆਂ ਗੱਲਾਂ ਮੈਨੂੰ ਹਥੌੜੇ ਦੀ ਤਰ੍ਹਾਂ ਲੱਗ ਰਹੀਆਂ ਸਨ। ਮੈਂ ਅੱਧਾ ਨਾਸ਼ਤਾ ਕਰਕੇ ਹੀ ਉੱਠ ਗਈ ਸੀ। ਮੰਮੀ ਨੇ ਮੈਨੂੰ ਬਹੁਤ ਟੋਕਿਆ ਕਿ ਨਾਸ਼ਤਾ ਖਤਮ ਕਰਕੇ ਜਾਓ, ਪਰ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਨਜ਼ਰਅੰਦਾਜ਼ ਕਰ ਦਿੱਤੀਆਂ ਅਤੇ ਜਲਦੀ ਨਾਲ ਨਿਕਲ ਗਈ। ਵੈਸੇ ਤਾਂ ਮੈਂ ਬੱਸ ਰਾਹੀਂ ਕਾਲਜ ਜਾਂਦੀ ਸੀ, ਪਰ ਅੱਜ ਮੈਂ ਬੱਸ ਦਾ ਰਾਸਤਾ ਛੱਡ ਦਿੱਤਾ ਕਿਉਂਕਿ ਮੈਂ ਕਾਲਜ ਤੋਂ ਪਹਿਲਾਂ ਹੀ ਉਤਰਨਾ ਸੀ। ਇਸ ਕਰਕੇ ਮੈਂ ਆਟੋ ਰਿਕਸ਼ਾ ਲਿਆ ਅਤੇ ਉਸ ਦੇ ਵਿੱਚ ਬੈਠ ਗਈ। ਰਸਤੇ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਅਜੀਬ-ਅਜੀਬ ਖਿਆਲ ਆ ਰਹੇ ਸਨ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ ਜਾਂ ਨਹੀਂ। ਜੇਕਰ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗ ਗਿਆ ਤਾਂ ਮੇਰਾ ਕੀ ਹੋਵੇਗਾ। ਮੇਰੇ ਦਿਲ ਦੀਆਂ ਧੜਕਣਾਂ ਬਹੁਤ ਤੇਜ਼ ਹੋ ਰਹੀਆਂ ਸਨ, ਪਰ ਜਿਵੇਂ ਹੀ ਮੈਂ ਅਮਿਤ ਦੇ ਕੋਲ ਪਹੁੰਚੀ ਤਾਂ ਮੇਰੇ ਸਾਰੇ ਖਿਆਲ ਕਿਤੇ ਦੂਰ ਚਲੇ ਗਏ ਸਨ। ਮੈਨੂੰ ਅਮਿਤ ਦੇ ਨਾਲ ਬਚਪਨ ਦੇ ਵਿੱਚ ਹੀ ਪਿਆਰ ਹੋ ਗਿਆ ਸੀ। ਮੈਂ ਉਸ ਸਮੇਂ ਸਿਰਫ 18 ਸਾਲ ਦੀ ਸੀ ਅਤੇ 18 ਸਾਲ ਦੀ ਲੜਕੀ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਕਿ ਉਹ ਆਪਣੇ ਲਈ ਕੀ ਚੰਗਾ ਕਰ ਰਹੀ ਹੈ ਤੇ ਕੀ ਮਾੜਾ। ਮੈਨੂੰ ਦੇਖਦੇ ਹੀ ਅਮਿਤ ਖੁਸ਼ ਹੋ ਗਿਆ ਅਤੇ ਮੈਨੂੰ ਕਾਰ ਦੇ ਵਿੱਚ ਬਿਠਾ ਕੇ ਹੋਟਲ ਦੇ ਵੱਲ ਲੈ ਗਿਆ। ਮੈਂ ਲਗਾਤਾਰ ਘਬਰਾਉਂਦੀ ਹੋਈ ਆਪਣੀਆਂ ਉਂਗਲਾਂ ਮਰੋੜ ਰਹੀ ਸੀ। ਜਦੋਂ ਉਸਨੇ ਮੈਨੂੰ ਘਬਰਾਉਂਦੇ ਹੋਏ ਦੇਖਿਆ ਤਾਂ ਅਚਾਨਕ ਮੇਰਾ ਹੱਥ ਉਸਨੇ ਫੜ ਲਿਆ। ਉਸਦੇ ਹੱਥ ਫੜਨ ਦੀ ਦੇਰ ਸੀ ਕਿ ਮੇਰਾ ਪੂਰਾ ਸਰੀਰ ਕੰਬ ਉੱਠਿਆ। ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗਿਆ, ਤੁਸੀਂ ਇੰਨਾ ਪਰੇਸ਼ਾਨ ਨਾ ਹੋ, ਕੁਝ ਨਹੀਂ ਹੋਵੇਗਾ। ਸਾਡੇ ਇਸ ਰਾਜ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗੇਗਾ। ਤੁਸੀਂ ਬੇਫਿਕਰ ਹੋ। ਇਹ ਤਾਂ ਸਿਰਫ ਅਸੀਂ ਮਜ਼ੇ ਦੇ ਲਈ ਕਰ ਰਹੇ ਹਾਂ ਤਾਂ ਕਿ ਮੈਂ ਭੜਕ ਨਾ ਸਕਾਂ ਤੇ ਨਾ ਹੀ ਤੁਹਾਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਵੇ। ਉਸਦੀਆਂ ਇਹ ਗੱਲਾਂ ਮੈਂ ਸਮਝ ਨਹੀਂ ਸਕੀ ਸੀ। ਲੱਖ ਹਿੰਮਤ ਕਰਨ ਦੇ ਬਾਵਜੂਦ ਵੀ ਮੈਂ ਉਸਨੂੰ ਨਾ ਨਹੀਂ ਕਰ ਸਕੀ ਸੀ। ਮੇਰੇ ਦਿਲ ਦੀਆਂ ਧੜਕਣਾਂ ਇੰਨੀਆਂ ਤੇਜ਼ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਹੁਣ ਹੀ ਦਿਲ ਛਾਤੀ ਤੋਂ ਬਾਹਰ ਆ ਜਾਵੇਗਾ। ਮੇਰੇ ਮਾਤਾ-ਪਿਤਾ ਨੂੰ ਪਤਾ ਸੀ ਕਿ ਮੈਂ ਕਾਲਜ ਗਈ ਹਾਂ, ਪਰ ਮੈਂ ਅੱਜ ਆਪਣੇ ਮਾਤਾ-ਪਿਤਾ ਨੂੰ ਪਹਿਲੀ ਵਾਰ ਐਡਾ ਵੱਡਾ ਧੋਖਾ ਦੇ ਕੇ ਗਲਤ ਰਸਤੇ ਤੇ ਨਿਕਲ ਚੁੱਕੀ ਸੀ। ਇਸ ਤੋਂ ਪਹਿਲਾਂ ਵੀ ਮੈਂ ਅਤੇ ਅਮਿਤ ਮਿਲ ਚੁੱਕੇ ਸੀ, ਪਰ ਮੈਂ ਹਮੇਸ਼ਾ ਦੋਸਤ ਦੇ ਘਰ ਦਾ ਬਹਾਨਾ ਬਣਾ ਕੇ ਉਸਨੂੰ ਬਾਹਰ ਮਿਲਦੀ ਸੀ। ਪਰ ਅੱਜ ਪਹਿਲੀ ਵਾਰ ਅਜਿਹਾ ਹੋ ਰਿਹਾ ਸੀ ਕਿ ਮੈਂ ਕਾਲਜ ਨਾ ਜਾ ਕੇ ਅਮਿਤ ਦੇ ਨਾਲ ਹੋਟਲ ਦੇ ਵਿੱਚ ਜਾ ਰਹੀ ਸੀ। ਜਦੋਂ ਅਸੀਂ ਹੋਟਲ ਪਹੁੰਚੇ ਤਾਂ ਅਮਿਤ ਨੇ ਪਹਿਲਾਂ ਤੋਂ ਹੀ ਇੱਕ ਕਮਰਾ ਬੁੱਕ ਕਰਵਾ ਰੱਖਿਆ ਸੀ। ਉਸਨੇ ਕਾਊਂਟਰ ਤੋਂ ਚਾਬੀ ਲਈ ਅਤੇ ਮੈਨੂੰ ਲੈ ਕੇ ਕਮਰੇ ਦੇ ਵੱਲ ਚੱਲ ਪਿਆ। ਮੇਰੀ ਹਾਲਤ ਕਾਫੀ ਖਰਾਬ ਹੋ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਬਹੁਤ ਵੱਡਾ ਗੁਨਾਹ ਕਰਨ ਜਾ ਰਹੀ ਹਾਂ, ਪਰ ਜੇ ਮੈਂ ਮਨਾ ਕਰਦੀ ਤਾਂ ਅਮਿਤ ਮੇਰੇ ਨਾਲ ਨਾਰਾਜ਼ ਹੋ ਸਕਦਾ ਸੀ ਅਤੇ ਹੋ ਸਕਦਾ ਸੀ ਕਿ ਉਹ ਮੈਨੂੰ ਹਮੇਸ਼ਾ ਦੇ ਲਈ ਛੱਡ ਦਿੰਦਾ। ਉਹ ਮੈਨੂੰ ਕਮਰੇ ਦੇ ਵਿੱਚ ਲੈ ਕੇ ਗਿਆ ਤੇ ਫਿਰ ਮੈਨੂੰ
ਮੈਨੂੰ ਬਿਸਤਰੇ ਤੇ ਬਿਠਾ ਕੇ ਮੇਰੇ ਸਰੀਰ ਨੂੰ ਥਾਂ ਥਾਂ ਤੋਂ ਛੂਹਣ ਦੀ ਕੋਸ਼ਿਸ਼ ਕਰਨ ਲੱਗਿਆ। ਮੇਰੀ ਹਾਲਤ ਬਹੁਤ ਖਰਾਬ ਹੋ ਰਹੀ ਸੀ। ਮੈਂ ਲਗਾਤਾਰ ਉਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਅਚਾਨਕ ਹੀ ਉਸਨੇ ਮੇਰਾ ਹੱਥ ਫੜ ਲਿਆ, ਮੈਨੂੰ ਨੇੜੇ ਕਰਕੇ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਅਤੇ ਹੌਲੀ-ਹੌਲੀ ਮੇਰੇ ਤੇ ਕਾਬੂ ਪਾਉਣ ਲੱਗਿਆ। ਅਮਿਤ ਦੇ ਸਿਰ ਤੇ ਜਨੂੰਨ ਸਵਾਰ ਸੀ। ਉਸਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਸਦਾ ਇਹ ਜਨੂੰਨ ਅਤੇ ਪਾਗਲਪਨ ਦੇਖ ਕੇ ਮੈਂ ਡਰ ਗਈ ਸੀ। ਮੈਂ ਉਸਨੂੰ ਦੂਰ ਧੱਕ ਦੇਣਾ ਚਾਹੁੰਦੀ ਸੀ। ਉਸ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਨਹੀਂ ਯਾਰ, ਮੈਨੂੰ ਇਹ ਸਭ ਕੁਝ ਸਹੀ ਨਹੀਂ ਲੱਗ ਰਿਹਾ। ਰੱਬ ਦਾ ਵਾਸਤਾ ਮੈਨੂੰ ਮੇਰੇ ਘਰ ਛੱਡ ਆਓ। ਮੈਂ ਆਪਣੇ ਪਿਓ ਦੀ ਇੱਜ਼ਤ ਨੂੰ ਖਰਾਬ ਨਹੀਂ ਕਰ ਸਕਦੀ। ਪਰ ਉਸਨੇ ਮੇਰੀ ਕੋਈ ਗੱਲ ਨਹੀਂ ਸੁਣੀ ਅਤੇ ਮੈਨੂੰ ਵੀ ਆਪਣੇ ਨਾਲ ਭੜਕਾ ਕੇ ਮੇਰੇ ਸਰੀਰ ਤੇ ਕਾਬੂ ਕਰ ਲਿਆ। ਮੈਨੂੰ ਨਹੀਂ ਪਤਾ ਸੀ ਕਿ ਅੱਜ ਦੇ ਦਿਨ ਤੋਂ ਬਾਅਦ ਅੱਗੇ ਮੇਰੇ ਨਾਲ ਕੀ ਹੋਣ ਵਾਲਾ ਸੀ। ਉਸਨੇ ਮੇਰੇ ਸਰੀਰ ਨੂੰ ਤੋੜ ਕੇ ਰੱਖ ਦਿੱਤਾ ਸੀ। ਜਦੋਂ ਅਸੀਂ ਹੋਟਲ ਦੇ ਕਮਰੇ ਤੋਂ ਬਾਹਰ ਨਿਕਲੇ ਤਾਂ ਮੈਨੂੰ ਆਪਣੇ ਸਰੀਰ ਦਾ ਇੱਕ ਇੱਕ ਹਿੱਸਾ ਦਰਦ ਨਾਲ ਟੁੱਟਦਾ ਹੋਇਆ ਮਹਿਸੂਸ ਹੋ ਰਿਹਾ ਸੀ। ਉਸਨੇ ਮੈਨੂੰ ਬਹੁਤ ਪਿਆਰ ਦੇ ਨਾਲ ਸੰਭਾਲਿਆ ਅਤੇ ਮੈਨੂੰ ਮੇਰੇ ਘਰ ਤੋਂ ਥੋੜੀ ਦੂਰ ਛੱਡ ਕੇ ਚਲਾ ਗਿਆ। ਜਿਵੇਂ ਹੀ ਮੈਂ ਘਰ ਪਹੁੰਚੀ ਤਾਂ ਦੇਖਿਆ ਕਿ ਮੰਮੀ ਅਤੇ ਪਾਪਾ ਮੇਰੇ ਇੰਤਜ਼ਾਰ ਦੇ ਵਿੱਚ ਬੈਠੇ ਹੋਏ ਸਨ। ਤਾਂ ਪਾਪਾ ਨੂੰ ਇੱਕ ਵਾਰ ਫਿਰ ਤੋਂ ਘਰ ਦੇ ਵਿੱਚ ਦੇਖ ਕੇ ਮੈਨੂੰ ਫਿਰ ਤੋਂ ਹੈਰਾਨੀ ਹੋਈ। ਉਹ ਮੇਰੇ ਵੱਲ ਦੇਖ ਕੇ ਬਹੁਤ ਹੀ ਪਿਆਰ ਦੇ ਨਾਲ ਬੋਲੇ, ਆ ਗਈ ਮੇਰੀ ਗੁੜੀਆ, ਮੈਂ ਕਿੰਨੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ। ਅੱਜ ਮੈਂ ਜਲਦੀ ਜਾਣਾ ਸੀ, ਪਰ ਪਤਾ ਨਹੀਂ ਕਿਉਂ ਅੱਜ ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਸੀ। ਇਸ ਕਰਕੇ ਮੈਂ ਸੋਚਿਆ ਕਿ ਤੁਹਾਨੂੰ ਦੇਖ ਕੇ ਤੁਹਾਨੂੰ ਮਿਲ ਕੇ ਹੀ ਜਾਵਾਂਗਾ। ਇਹ ਗੱਲ ਸੁਣ ਕੇ ਇੱਕ ਵਾਰ ਫਿਰ ਮੈਨੂੰ ਘਬਰਾਹਟ ਮਹਿਸੂਸ ਹੋਣ ਲੱਗੀ। ਥੋੜਾ ਸਮਾਂ ਪਾਪਾ ਦੇ ਨਾਲ ਬੈਠ ਕੇ ਮੈਂ ਆਪਣੇ ਕਮਰੇ ਦੇ ਵਿੱਚ ਚਲੀ ਗਈ ਅਤੇ ਬਿਨਾਂ ਦੁਪਹਿਰ ਦਾ ਖਾਣਾ ਖਾਧੇ ਸੌਂ ਗਈ। ਮੇਰੀ ਅੱਖ ਸ਼ਾਮ ਦੇ 6 ਵਜੇ ਤੋਂ ਬਾਅਦ ਖੁੱਲੀ ਸੀ। ਮੈਂ ਇੱਕ ਸਕੂਨ ਭਰੀ ਨੀਂਦ ਲਈ ਸੀ। ਇੱਕ ਹਫ਼ਤੇ ਤੋਂ ਮੈਨੂੰ ਅਮਿਤ ਦੇ ਵਰਤਾਵ ਦੇ ਕਾਰਨ ਸਕੂਨ ਦੀ ਨੀਂਦ ਨਹੀਂ ਆ ਰਹੀ ਸੀ। ਉਹ ਇਨਸਾਨ ਮੇਰੇ ਦਿਮਾਗ ਤੇ ਇੰਨਾ ਜ਼ਿਆਦਾ ਸਵਾਰ ਹੋ ਗਿਆ ਸੀ ਕਿ ਮੈਂ ਸ਼ਾਂਤੀ ਨਾਲ ਸੌਂ ਵੀ ਨਹੀਂ ਸਕਦੀ ਸੀ। ਥੋੜੇ ਸਮੇਂ ਬਾਅਦ ਮੈਂ ਆਪਣਾ ਫੋਨ ਚੱਕਿਆ ਕਿ ਮੈਂ ਅਮਿਤ ਨੂੰ ਦੱਸ ਸਕਾਂ ਕਿ ਮੈਂ ਘਰ ਪਹੁੰਚ ਗਈ ਹਾਂ। ਮੈਂ ਆਉਂਦੇ ਹੀ ਸੌਂ ਗਈ ਸੀ ਅਤੇ ਮੈਸੇਜ ਨਹੀਂ ਕਰ ਸਕੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਕੀ ਆਉਣ ਵਾਲਾ ਹੈ। ਅਮਿਤ ਹੋਰ ਕੋਈ ਨਹੀਂ ਬਲਕਿ ਸਾਡਾ ਸੀਨੀਅਰ ਸੀ, ਜੋ ਪਹਿਲਾਂ ਹੀ ਕਾਲਜ ਤੋਂ ਪਾਸ ਆਊਟ ਹੋ ਚੁੱਕਿਆ ਸੀ। ਪਰ ਕੁਝ ਸੀਨੀਅਰ ਵੀ ਸਾਡੇ ਕਾਲਜ ਦੇ ਗਰੁੱਪ ਦੇ ਵਿੱਚ ਐਡ ਸਨ। ਜਿਵੇਂ ਕਿ ਅਮਿਤ ਅਤੇ ਉਸਦੇ ਕਈ ਦੋਸਤ। ਉਸੇ ਹੀ ਗਰੁੱਪ ਦੇ ਵਿੱਚ ਇੱਕ ਵੀਡੀਓ ਆਈ ਹੋਈ ਸੀ ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਸੀ ਅਤੇ ਸਾਰੇ ਮੇਰਾ ਨਾਮ ਲੈ ਕੇ ਕਮੈਂਟ ਕਰ ਰਹੇ ਸਨ। ਮੈਂ ਸੋਚਿਆ ਕਿ ਅਮਿਤ ਨੇ ਕੋਈ ਵੀਡੀਓ ਮੇਰੇ ਨਾਮ ਦੇ ਉੱਤੇ ਭੇਜ ਦਿੱਤੀ ਹੋਵੇਗੀ ਅਤੇ ਜਿਵੇਂ ਹੀ ਮੈਂ ਉਸ ਵੀਡੀਓ ਤੇ ਕਲਿੱਕ ਕੀਤਾ ਤਾਂ ਮੇਰੇ ਹੋਸ਼ ਉੱਡ ਗਏ ਸਨ। ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਸਰੀਰ ਚੋਂ ਜਾਨ ਨਿਕਲ ਗਈ ਹੋਵੇ, ਕਿਉਂਕਿ ਇਹ ਵੀਡੀਓ ਕਿਸੇ ਹੋਰ ਚੀਜ਼ ਦੀ ਨਹੀਂ ਬਲਕਿ ਅਮਿਤ ਨੇ ਇਹ ਸਾਡੀ ਉਸ ਸਮੇਂ ਦੀ ਵੀਡੀਓ ਬਣਾਈ ਸੀ ਜਦੋਂ ਅਮਿਤ ਹੋਟਲ ਦੇ ਰੂਮ ਦੇ ਵਿੱਚ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਉਸ ਤੋਂ ਅੱਗੇ ਤਾਂ ਵੀਡੀਓ ਨਹੀਂ ਸੀ, ਪਰ ਇਹ ਕੁਝ ਹੀ ਸਮੇਂ ਦਾ ਵੀਡੀਓ ਮੇਰੀ ਇੱਜ਼ਤ ਦੀਆਂ ਧੱਜੀਆਂ ਉਡਾ ਰਿਹਾ ਸੀ। ਜੇਕਰ ਪੂਰਾ ਵੀਡੀਓ ਹੁੰਦਾ ਤਾਂ ਸ਼ਾਇਦ ਵੀਡੀਓ ਨੂੰ ਦੇਖਦੇ ਹੀ ਮੇਰੀ ਜਾਨ ਨਿਕਲ ਗਈ ਹੁੰਦੀ, ਪਰ ਮੈਂ ਮਰ ਤਾਂ ਹੁਣ ਵੀ ਚੁੱਕੀ ਸੀ। ਮੇਰੀ ਆਵਾਜ਼ ਮੇਰੇ ਗਲ ਦੇ ਵਿੱਚੋਂ ਨਹੀਂ ਨਿਕਲ ਰਹੀ ਸੀ। ਵੀਡੀਓ ਬਣਾ ਲਈ ਗਈ ਸੀ ਅਤੇ ਉਸ ਨੂੰ ਗਰੁੱਪ ਦੇ ਵਿੱਚ ਪਾ ਦਿੱਤਾ ਗਿਆ ਸੀ। ਜਿਵੇਂ ਜਿਵੇਂ ਮੈਂ ਹੇਠਾਂ ਕਮੈਂਟ ਪੜ੍ਹਦੀ ਜਾ ਰਹੀ ਸੀ, ਮੇਰੇ ਹੱਥ ਪੈਰ ਫੁੱਲਦੇ ਜਾ ਰਹੇ ਸਨ। ਮੈਨੂੰ ਪਤਾ ਸੀ ਕਿ ਸਾਡੇ ਇਸ ਕਾਲਜ ਦੇ ਗਰੁੱਪ ਦੇ ਵਿੱਚ ਕੁਝ ਪ੍ਰੋਫੈਸਰ ਵੀ ਐਡ ਹਨ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ। ਮੇਰੀ ਪੂਰੀ ਜ਼ਿੰਦਗੀ ਤਬਾਹ ਹੋ ਗਈ ਸੀ। ਮੈਂ ਅਜੇ ਮੋਬਾਈਲ ਚੈੱਕ ਹੀ ਕਰ ਰਹੀ ਸੀ ਕਿ ਉਸ ਸਮੇਂ ਹੀ ਮੇਰੀ ਮੰਮਾ ਕਮਰੇ ਦੇ ਵਿੱਚ ਆਈ ਅਤੇ ਘਬਰਾਉਂਦੇ ਹੋਏ ਕਹਿਣ ਲੱਗੀ, ਤੁਹਾਡੇ ਕਾਲਜ ਦੇ ਵਿੱਚੋਂ ਫੋਨ ਆਇਆ ਹੈ ਅਤੇ ਤੁਹਾਡੇ ਪ੍ਰੋਫੈਸਰ ਨੇ ਪਤਾ ਨਹੀਂ ਤੁਹਾਡੇ ਪਾਪਾ ਨੂੰ ਕੀ ਕਿਹਾ ਕਿ ਉਹ ਗੁੱਸੇ ਦੇ ਵਿੱਚ ਤੁਹਾਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਰਹੇ ਹਨ। ਇਹ ਗੱਲ ਸੁਣ ਕੇ ਮੇਰੀ ਰੂਹ ਕੰਬ ਉੱਠੀ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਪ੍ਰੋਫੈਸਰ ਸਾਹਿਬ ਨੇ ਪਾਪਾ ਨੂੰ ਕੀ ਕਿਹਾ ਹੋਵੇਗਾ। ਜੇਕਰ ਮੈਂ ਸਮੇਂ ਤੇ ਇਹ ਦੇਖ ਲੈਂਦੀ ਤਾਂ ਸ਼ਾਇਦ ਪ੍ਰੋਫੈਸਰ ਦੇ ਸਾਹਮਣੇ ਮੇਰੀ ਇਹ ਵੀਡੀਓ ਨਾ ਆਉਂਦੀ। ਮੇਰੀ ਹਿੰਮਤ ਹੀ ਨਹੀਂ ਹੋ ਰਹੀ ਸੀ ਕਿ ਮੈਂ ਕਮਰੇ ਤੋਂ ਬਾਹਰ ਜਾਂਦੀ। ਜਾਣ ਕੇ ਮੇਰੇ ਪਾਪਾ ਖੁਦ ਹੀ ਕਮਰੇ ਦੇ ਵਿੱਚ ਆ ਗਏ। ਮੈਨੂੰ ਤਾਂ ਲੱਗਿਆ ਕਿ ਮੇਰੇ ਪਾਪਾ ਕਮਰੇ ਦੇ ਵਿੱਚ ਆਉਂਦੇ ਹੀ ਮੈਨੂੰ ਝਟਕਣ ਲੱਗਣਗੇ, ਪਰ ਅਜਿਹਾ ਕੁਝ ਨਹੀਂ ਹੋਇਆ ਸੀ, ਬਲਕਿ ਉਹਨਾਂ ਦੀਆਂ ਅੱਖਾਂ ਲਾਲ ਅਤੇ ਨਮ ਸਨ। ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਬਹੁਤ ਹੀ ਦੁਖੀ ਆਵਾਜ਼ ਵਿੱਚ ਕਿਹਾ, ਬੇਟੀ ਬਿੰਦੂ, ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਮੇਰਾ ਭਰੋਸਾ ਤੋੜ ਦਿੱਤਾ ਹੈ। ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਬੇਟੀ ਇਸ ਤਰ੍ਹਾਂ ਕਰੇਗੀ। ਆਖਿਰਕਾਰ ਤੁਹਾਨੂੰ ਕੀ ਮਿਲਿਆ ਮੇਰਾ ਭਰੋਸਾ ਤੋੜ ਕੇ? ਉਹਨਾਂ ਦੇ ਇਹ ਸ਼ਬਦ ਸੁਣ ਕੇ ਮੇਰਾ ਸਰੀਰ ਕੰਬਣ ਲੱਗਿਆ ਸੀ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ। ਉਹ ਅੱਗੇ ਬੋਲੇ ਕਿ ਕਾਸ਼ ਤੁਸੀਂ ਪੈਦਾ ਹੁੰਦੇ ਹੀ ਮਰ ਜਾਂਦੇ ਹੋ। ਇਸ ਤੋਂ ਪਹਿਲਾਂ ਕੁਝ ਹੋਰ ਕਹਿੰਦੇ। ਉਹਨਾਂ ਦਾ ਸਾਹ ਪਹਿਲਾਂ ਹੀ ਉਖੜਨ ਲੱਗਿਆ ਸੀ। ਉਹਨਾਂ
ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਲੱਗੀ ਸੀ। ਮੈਂ ਬਹੁਤ ਜ਼ਿਆਦਾ ਡਰ ਗਈ ਸੀ। ਅਸੀਂ ਦੋਹਾਂ ਮਾਂ ਬੇਟੀ ਨੇ ਉਹਨਾਂ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ। ਆਖਰੀ ਸਮੇਂ ਦੇ ਵਿੱਚ ਪਾਪਾ ਨੇ ਕਿਹਾ ਕਿ ਜਦੋਂ ਮੈਂ ਮਰ ਜਾਵਾਂ ਤਾਂ ਧਿਆਨ ਰੱਖਿਓ ਕਿ ਬਿੰਦੂ ਨੂੰ ਮੇਰਾ ਚਿਹਰਾ ਵੀ ਨਾ ਦਿਖਾਇਓ। ਇਹ ਕਹਿੰਦੇ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ। ਉਹ ਇੱਕਦਮ ਸ਼ਾਂਤ ਹੋ ਗਏ। ਮੈਂ ਤੇ ਮਾਂ ਜਲਦੀ ਨਾਲ ਉਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਗਏ, ਪਰ ਉੱਥੇ ਪਹੁੰਚਣ ਦੇ ਵਿੱਚ ਦੇਰ ਹੋ ਗਈ ਸੀ। ਮੇਰੀ ਮਾਂ ਨੇ ਮੇਰੇ ਨਾਲ ਇੱਕ ਗੱਲ ਵੀ ਨਹੀਂ ਕਰੀ ਸੀ, ਕਿਉਂਕਿ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਹੌਲੀ ਹੌਲੀ ਪੂਰੇ ਪਰਿਵਾਰ ਦੇ ਵਿੱਚ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ, ਕਿਉਂਕਿ ਉਸ ਗਰੁੱਪ ਦੇ ਵਿੱਚ ਮੇਰੇ ਕੁਝ ਕਜ਼ਨ ਵੀ ਸਨ। ਇਸ ਤੋਂ ਇਲਾਵਾ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ। ਜਦੋਂ ਇਹ ਗੱਲ ਮੇਰੀ ਮਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਮੇਰੇ ਨਾਲ ਬਿਨਾਂ ਕੋਈ ਗੱਲ ਕੀਤੇ ਆਪਣਾ ਮੂੰਹ ਮੇਰੇ ਤੋਂ ਫੇਰ ਲਿਆ ਸੀ ਅਤੇ ਪਾਪਾ ਦੇ ਕਹਿਣ ਦੇ ਅਨੁਸਾਰ ਮੰਮੀ ਨੇ ਮੈਨੂੰ ਉਹਨਾਂ ਦੀ ਆਖਰੀ ਸਮੇਂ ਦੇ ਵਿੱਚ ਸ਼ਕਲ ਵੀ ਨਹੀਂ ਦੇਖਣ ਦਿੱਤੀ ਸੀ ਅਤੇ ਆਪਣੇ ਭਰਾਵਾਂ ਨੂੰ ਕਹਿ ਕੇ ਪਾਪਾ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਸੀ। ਅਤੇ ਉਸ ਸਮੇਂ ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਸਮਾਂ ਤੇਜ਼ੀ ਨਾਲ ਲੰਘਦਾ ਜਾ ਰਿਹਾ ਸੀ ਅਤੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਕੋਈ ਵੀ ਮੇਰੇ ਨਾਲ ਮਿਲਣਾ ਨਹੀਂ ਚਾਹੁੰਦਾ ਸੀ। ਸਾਰਿਆਂ ਨੇ ਮੇਰੇ ਨਾਲ ਰਿਸ਼ਤੇ ਤੋੜ ਲਏ ਸਨ। ਉਸ ਤੋਂ ਬਾਅਦ ਮੈਂ ਅਮਿਤ ਨੂੰ ਕਈ ਵਾਰ ਫੋਨ ਕੀਤੇ, ਕਈ ਵਾਰ ਮੈਸੇਜ ਕੀਤੇ, ਪਰ ਉਸਨੇ ਇੱਕ ਵਾਰ ਵੀ ਮੈਸੇਜ ਦਾ ਜਵਾਬ ਨਹੀਂ ਦਿੱਤਾ। ਮੈਂ ਉਸਨੂੰ ਦੱਸਣਾ ਚਾਹੁੰਦੀ ਸੀ ਕਿ ਉਸ ਦੇ ਕਾਰਨ ਸਾਨੂੰ ਕੀ ਸਹਿਣਾ ਪਿਆ, ਪਰ ਉਸਨੇ ਆਪਣਾ ਮਤਲਬ ਕੱਢਣ ਤੋਂ ਬਾਅਦ ਉਸਨੇ ਮੈਨੂੰ ਆਪਣੀ ਜ਼ਿੰਦਗੀ ਤੋਂ ਇਸ ਤਰ੍ਹਾਂ ਕੱਢ ਕੇ ਸੁੱਟ ਦਿੱਤਾ ਜਿਵੇਂ ਦੁੱਧ ਚੋਂ ਮੱਖੀ। ਇਹ ਸੁਣਨ ਦੇ ਵਿੱਚ ਆਇਆ ਸੀ ਕਿ 2 ਦਿਨ ਪਹਿਲਾਂ ਹੀ ਉਹ ਵਿਦੇਸ਼ ਜਾ ਚੁੱਕਿਆ ਹੈ, ਤਾਂ ਪਾਪਾ ਨੂੰ ਇਸ ਦੁਨੀਆ ਦੇ ਵਿੱਚੋਂ ਗਏ ਹੋਏ 4 ਮਹੀਨੇ ਹੋ ਗਏ ਸਨ ਅਤੇ ਇਹਨਾਂ 4 ਮਹੀਨਿਆਂ ਦੇ ਵਿੱਚ ਮੇਰੀ ਮਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ। ਮੈਂ ਉਹਨਾਂ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਦੇਖ ਕੇ ਸਿਰਫ ਇੱਕ ਹੀ ਗੱਲ ਕਹਿੰਦੀ ਕਿ ਤੂੰ ਮੇਰੇ ਪਤੀ ਦੀ ਮੌਤ ਦੀ ਜ਼ਿੰਮੇਦਾਰ ਹੈ। ਤੁਹਾਡੇ ਕਾਰਨ ਮੇਰਾ ਪਤੀ ਮੈਨੂੰ ਇਸ ਦੁਨੀਆ ਦੇ ਵਿੱਚ ਇਕੱਲਾ ਛੱਡ ਕੇ ਚਲਾ ਗਿਆ ਹੈ। ਉਹਨਾਂ ਦੀ ਇਹ ਗੱਲ ਮੇਰੇ ਦਿਲ ਨੂੰ ਬਹੁਤ ਦੁੱਖ ਪਹੁੰਚਾਉਂਦੀ ਸੀ। ਅੱਜ ਵੀਰਵਾਰ ਦਾ ਦਿਨ ਸੀ। ਮੈਂ ਲੌਂਜ ਦੇ ਵਿੱਚ ਇਕੱਲੀ ਗੁੰਮਸੁੰਮ ਬੈਠੀ ਹੋਈ ਸੀ। ਮੇਰਾ ਦਿਲ ਬਹੁਤ ਉਦਾਸ ਸੀ। ਅਚਾਨਕ ਹੀ ਦਰਵਾਜ਼ੇ ਦੀ ਘੰਟੀ ਖੜਕੀ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਹੋ ਗਈ। ਮੈਂ ਸੋਚਿਆ ਕਿ ਪਤਾ ਨਹੀਂ ਸਾਡੇ ਘਰ ਕੌਣ ਆਇਆ ਹੋਵੇਗਾ। ਪਿਛਲੇ 4 ਮਹੀਨਿਆਂ ਤੋਂ ਮਾਂ ਹੀ ਆਪਣੇ ਭੈਣ ਭਰਾਵਾਂ ਦੇ ਘਰ ਚਲੀ ਜਾਂਦੀ ਸੀ। ਮੈਂ ਉੱਚੀ ਆਵਾਜ਼ ਦੇ ਵਿੱਚ ਪੁੱਛਿਆ ਕਿ ਕੌਣ ਹੈ, ਪਰ ਕੁਝ ਸਮੇਂ ਬਾਅਦ ਮੈਨੂੰ ਜੋ ਆਵਾਜ਼ ਸੁਣਾਈ ਦਿੱਤੀ ਮੈਂ ਹੈਰਾਨ ਹੋ ਗਈ। ਇਹ ਕੋਈ ਹੋਰ ਨਹੀਂ, ਉਹੀ ਵਿਅਕਤੀ ਸੀ ਜਿਸ ਦਾ ਮੇਰੇ ਲਈ ਰਿਸ਼ਤਾ ਆਇਆ ਸੀ, ਮੇਰੀ ਮੰਮੀ ਦੀ ਸਹੇਲੀ ਮੀਨਾ ਆਂਟੀ ਦਾ ਬੇਟਾ ਸੁਜਾਨ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਨਜ਼ਰਾਂ ਝੁਕਾ ਕੇ ਖੜਾ ਸੀ। ਮੈਂ ਉਸਨੂੰ ਰਾਸਤਾ ਦੇ ਦਿੱਤਾ। ਮੈਨੂੰ ਲੱਗਿਆ ਕਿ ਉਹ ਸ਼ਾਇਦ ਮਾਂ ਨੂੰ ਮਿਲਣ ਆਇਆ ਹੋਵੇਗਾ, ਪਰ ਉਹ ਉੱਥੇ ਹੀ ਖੜਾ ਰਿਹਾ। ਘਰ ਦੇ ਵਿੱਚ ਆ ਕੇ ਉਸਨੇ ਦਰਵਾਜ਼ਾ ਬੰਦ ਕੀਤਾ ਤੇ ਮੇਰੇ ਵੱਲ ਦੇਖਦੇ ਹੋਏ ਬੋਲਿਆ, ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਮੈਨੂੰ ਪਤਾ ਹੈ ਕਿ ਤੁਹਾਡਾ ਮੇਰੇ ਤੇ ਭਰੋਸਾ ਕਰਨਾ ਬਹੁਤ ਮੁਸ਼ਕਲ ਹੈ, ਪਰ ਜੋ ਗੱਲ ਮੈਂ ਕਹਿਣ ਜਾ ਰਿਹਾ ਹਾਂ ਉਹ ਤੁਹਾਡੇ ਫਾਇਦੇ ਦੀ ਹੀ ਹੋਵੇਗੀ ਅਤੇ ਮੇਰੇ ਲਈ ਵੀ ਚੰਗੀ ਸਾਬਤ ਹੋਵੇਗੀ। ਉਸਦੇ ਲਹਿਜੇ ਦੇ ਵਿੱਚ ਅਜੀਬ ਜਿਹੀ ਨਰਮੀ ਸੀ। ਮੈਂ ਉਸਨੂੰ ਬਹੁਤ ਧਿਆਨ ਦੇ ਨਾਲ ਸੁਣ ਰਹੀ ਸੀ। ਉਹ ਕਹਿਣ ਲੱਗ ਗਿਆ ਕਿ ਮੈਂ ਅੱਜ ਵੀ ਉੱਥੇ ਹੀ ਹਾਂ ਜਿੱਥੇ ਮੈਂ 4 ਮਹੀਨੇ ਪਹਿਲਾਂ ਖੜਾ ਸੀ। ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਜੋ ਰਿਸ਼ਤਾ ਮੇਰੀ ਮਾਂ ਤੁਹਾਡੇ ਲਈ ਲੈ ਕੇ ਆਈ ਸੀ ਉਹ ਮੇਰੀ ਮਾਂ ਦੀ ਮਰਜ਼ੀ ਦੇ ਨਾਲ ਨਹੀਂ, ਬਲਕਿ ਮੇਰੀ ਮਾਂ ਮੇਰੇ ਕਹਿਣ ਤੇ ਹੀ ਤੁਹਾਡੇ ਲਈ ਲੈ ਕੇ ਆਈ ਸੀ। ਬਿੰਦੂ, ਬਚਪਨ ਤੋਂ ਪਿਆਰ ਕਰਦਾ ਹਾਂ ਮੈਂ ਤੁਹਾਨੂੰ। ਮੈਂ 8 ਸਾਲ ਦਾ ਸੀ ਜਦੋਂ ਤੁਸੀਂ ਅੱਖ ਖੋਲੀ ਸੀ ਅਤੇ ਮੈਂ ਤੁਹਾਨੂੰ ਗੋਦੀ ਦੇ ਵਿੱਚ ਚੱਕ ਕੇ ਫਿਰਦਾ ਰਹਿੰਦਾ ਸੀ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਗਏ ਤੁਹਾਡੇ ਪਿਆਰ ਨੇ ਮੇਰੇ ਦਿਲ ਦੇ ਵਿੱਚ ਹੋਰ ਵੀ ਜਗ੍ਹਾ ਬਣਾ ਲਈ ਸੀ ਤੇ ਮੈਂ ਆਪਣੀ ਮਾਂ ਨੂੰ ਆਪਣੀ ਪਸੰਦ ਦੇ ਬਾਰੇ ਦੱਸ ਦਿੱਤਾ ਸੀ। ਮਾਂ ਰਿਸ਼ਤਾ ਲੈ ਕੇ ਆਈ ਸੀ। ਕੀ ਤੁਸੀਂ ਹੁਣ ਵੀ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ? ਕੀ ਤੁਸੀਂ ਮੇਰੇ ਨਾਲ ਵਿਆਹ ਕਰਨਾ ਪਸੰਦ ਕਰੋਗੇ? ਜਦੋਂ ਕਿ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ ਕਿ ਉਹ ਸੱਚਮੁੱਚ ਮੇਰੇ ਨਾਲ ਵਿਆਹ ਕਰੇਗਾ। ਮੈਂ ਹੈਰਾਨ ਸੀ। ਕਾਫੀ ਸਮੇਂ ਤੱਕ ਮੈਂ ਉਸ ਨੂੰ ਗੁੰਮਸੁੰਮ ਹੋ ਕੇ ਦੇਖਦੀ ਰਹੀ। ਉਸ ਨੇ ਇੱਕ ਵਾਰ ਫਿਰ ਤੋਂ ਸਵਾਲ ਕੀਤਾ, ਪਰ ਮੈਂ ਉਸ ਨੂੰ ਜਵਾਬ ਨਹੀਂ ਦੇ ਸਕੀ। ਕੁਝ ਮਹੀਨੇ ਪਹਿਲਾਂ ਦੀਆਂ ਗੱਲਾਂ ਮੇਰੇ ਦਿਮਾਗ ਦੇ ਵਿੱਚ ਘੁੰਮ ਰਹੀਆਂ ਸਨ, ਜਦੋਂ ਮੈਂ ਸੋਚਿਆ ਸੀ ਕਿ ਮੈਂ ਇੱਕ ਗਰੀਬ ਲੜਕੇ ਦੇ ਨਾਲ ਵਿਆਹ ਨਹੀਂ ਕਰਾਂਗੀ। ਜਿਸ ਅਮੀਰ ਦੇ ਪਿੱਛੇ ਮੈਂ ਪਾਗਲ ਸੀ ਉਸ ਨੇ ਮੈਨੂੰ ਬਰਬਾਦ ਕਰ ਦਿੱਤਾ ਸੀ ਅਤੇ ਇੱਕ ਗਰੀਬ ਮੈਨੂੰ ਫਿਰ ਤੋਂ ਜਿਉਣ ਦੀ ਉਮੀਦ ਦੇ ਰਿਹਾ ਸੀ। ਉਸ ਨੇ ਮੈਨੂੰ ਕਿਹਾ, ਬਿੰਦੂ, ਗੁਜ਼ਰੇ ਹੋਏ ਕੱਲ ਨੂੰ ਯਾਦ ਉਦੋਂ ਕਰਦੇ ਹਨ ਜਦੋਂ ਗੁਜ਼ਰਿਆ ਹੋਇਆ ਕੱਲ ਸਾਨੂੰ ਸਕੂਨ ਦਿੰਦਾ ਹੈ, ਸਾਨੂੰ ਖੁਸ਼ੀ ਦਿੰਦਾ ਹੈ। ਜਿਸ ਗੁਜ਼ਰੇ ਹੋਏ ਕੱਲ ਦੇ ਵਿੱਚ ਸਿਰਫ ਦੁੱਖ ਹੋਣ ਉਸ ਨੂੰ ਯਾਦ ਨਹੀਂ ਕੀਤਾ ਜਾਂਦਾ। ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸੇ ਲੜਕੇ ਨੂੰ ਪਹਿਲਾਂ ਪਸੰਦ ਕਰਦੇ ਸੀ। ਬਸ ਮੈਂ ਇੰਨਾ ਜਾਣਦਾ ਹਾਂ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਡੇ ਤੋਂ ਵੀ ਅੱਗੇ ਵਫਾ ਦੀ ਉਮੀਦ ਰੱਖਦਾ ਹਾਂ ਕਿ ਅੱਗੇ ਜ਼ਿੰਦਗੀ ਦੇ ਵਿੱਚ ਤੁਸੀਂ ਮੇਰੇ ਨਾਲ ਵਫਾ ਕਰੋਗੇ। ਜੇਕਰ ਹਾਂ ਤਾਂ ਤੁਸੀਂ ਆਪਣਾ ਜਵਾਬ ਮੰਮੀ ਨੂੰ ਦੇ ਦਿਓ। ਮੈਂ ਤੁਹਾਡਾ ਇੰਤਜ਼ਾਰ ਕਰਾਂਗਾ। ਉਹ ਰੁਕਿਆ ਨਹੀਂ ਸੀ ਜਦੋਂ ਕਿ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ। ਅਸਲ ਦੇ ਵਿੱਚ ਪਰਮਾਤਮਾ ਜਿਸ ਸਨ ਮੈਂ ਸੋਚਿਆ ਸੀ ਕਿ ਹੁਣ ਕਦੇ ਵੀ ਮੇਰਾ ਵਿਆਹ ਨਹੀਂ ਹੋਵੇਗਾ, ਕੋਈ ਮੈਨੂੰ ਨਹੀਂ ਅਪਣਾਵੇਗਾ, ਬਲਕਿ ਸਾਰੇ ਮੈਨੂੰ ਠੁਕਰਾ ਦੇਣਗੇ। ਪਰ ਇਹ ਫਿਰ ਕੀ ਬੋਲ ਕੇ ਗਿਆ ਸੀ।
ਕੁਝ ਸਮਾਂ ਮੈਂ ਉੱਥੇ ਹੀ ਚੁੱਪਚਾਪ ਖੜੀ ਰਹੀ। ਫਿਰ ਹਿੰਮਤ ਕਰਕੇ ਮੈਂ ਅੰਦਰ ਜਾ ਕੇ ਦੇਖਿਆ, ਮੇਰੀ ਮਾਂ ਸੋਫੇ ਤੇ ਬੈਠੀ ਹੋਈ ਸੀ ਅਤੇ ਪਾਪਾ ਦੀ ਤਸਵੀਰ ਦੇਖ ਰਹੀ ਸੀ। ਮੈਂ ਹੰਝੂ ਭਰੀਆਂ ਅੱਖਾਂ ਦੇ ਨਾਲ ਆਪਣੀ ਮਾਂ ਦੇ ਵੱਲ ਦੇਖਿਆ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਬੈਠ ਗਈ। ਉਹਨਾਂ ਨੇ ਮੈਨੂੰ ਹੈਰਾਨ ਹੋ ਕੇ ਦੇਖਿਆ। ਜਦੋਂ ਮੈਂ ਉਹਨਾਂ ਦੇ ਗੋਡੇ ਤੇ ਸਿਰ ਰੱਖ ਕੇ ਰੋਣਾ ਸ਼ੁਰੂ ਕਰਤਾ ਤਾਂ ਉਹ ਵੀ ਹੰਝੂ ਬਹਾਉਣ ਲੱਗੀ। ਬੇਸ਼ੱਕ ਇੱਕ ਮਾਂ ਦਾ ਦਿਲ ਮੋਮ ਦਾ ਹੁੰਦਾ ਹੈ, ਉਹਨਾਂ ਦੀ ਔਲਾਦ ਜਦੋਂ ਵੀ ਤੜਫਦੀ ਹੈ ਤਾਂ ਉਹਨਾਂ ਨੂੰ ਮਾਫ ਕਰ ਹੀ ਦਿੰਦੀ ਹੈ। ਅਤੇ ਫਿਰ ਮੈਂ ਉਸ ਰਾਤ ਹੀ ਸੁਜਾਨ ਨੂੰ ਫੋਨ ਕਰ ਦਿੱਤਾ ਸੀ ਕਿ ਸੁਜਾਨ, ਅਜੇ ਵੀ ਤੁਹਾਨੂੰ ਮੇਰੀ ਪੂਰੀ ਸੱਚਾਈ ਨਹੀਂ ਪਤਾ। ਤੁਸੀਂ ਸਿਰਫ ਇੰਨਾ ਜਾਣਦੇ ਹੋ ਕਿ ਮੈਂ ਇੱਕ ਲੜਕੇ ਨੂੰ ਪਸੰਦ ਕਰਦੀ ਸੀ ਅਤੇ ਉਸਨੇ ਮੇਰੀ ਅਤੇ ਆਪਣੀ ਇੱਕ ਵੀਡੀਓ ਵਾਇਰਲ ਕਰ ਦਿੱਤੀ ਸੀ। ਪਰ ਸੱਚਾਈ ਕੁਝ ਹੋਰ ਹੈ। ਮੈਂ ਉਸ ਲੜਕੇ ਨਾਲ ਇੱਕ ਰਾਤ ਵੀ ਬਿਤਾ ਚੁੱਕੀ ਹਾਂ। ਰੋਂਦੇ ਰੋਂਦੇ ਮੈਂ ਸੁਜਾਨ ਦੇ ਸਾਹਮਣੇ ਸਾਰੀ ਹਕੀਕਤ ਦੱਸ ਦਿੱਤੀ ਸੀ। ਮੈਂ ਆਪਣਾ ਰਿਸ਼ਤਾ ਝੂਠ ਦੀ ਬੁਨਿਆਦ ਤੇ ਨਹੀਂ ਰੱਖਣਾ ਚਾਹੁੰਦੀ ਸੀ। ਮੈਂ ਸੋਚ ਲਿਆ ਸੀ ਕਿ ਜੇਕਰ ਮੇਰੀ ਪੂਰੀ ਸੱਚਾਈ ਜਾਣਨ ਤੋਂ ਬਾਅਦ ਫਿਰ ਵੀ ਮੈਨੂੰ ਉਹ ਅਪਣਾਉਂਦਾ ਹੈ ਤਾਂ ਮੈਨੂੰ ਕੋਈ ਦਿੱਕਤ ਨਹੀਂ ਸੀ। ਮੇਰੀ ਸੱਚਾਈ ਬੋਲਣ ਤੇ ਕੁਝ ਸਮੇਂ ਦੇ ਲਈ ਫੋਨ ਤੇ ਚੁੱਪੀ ਛਾ ਗਈ ਸੀ ਅਤੇ ਮੇਰਾ ਦਿਲ ਟੁੱਟ ਗਿਆ ਸੀ। ਮੈਨੂੰ ਪਤਾ ਸੀ ਕਿ ਕੋਈ ਵੀ ਲੜਕਾ ਇਹ ਜਾਣਨ ਤੋਂ ਬਾਅਦ ਮੈਨੂੰ ਨਹੀਂ ਅਪਣਾਵੇਗਾ, ਪਰ ਸੁਜਾਨ ਨੇ ਜੋ ਕਿਹਾ ਮੇਰਾ ਦਿਲ ਉਹਦੇ ਲਈ ਪਿਆਰ ਦੇ ਨਾਲ ਭਰ ਗਿਆ ਸੀ। ਕਹਿਣ ਲੱਗਿਆ, ਬਿੰਦੂ, ਮੇਰਾ ਪਿਆਰ ਇੰਨਾ ਕਮਜ਼ੋਰ ਨਹੀਂ ਹੈ ਕਿ ਸੱਚਾਈ ਸੁਣਨ ਤੋਂ ਬਾਅਦ ਬੁਲਬੁਲੇ ਦੀ ਤਰ੍ਹਾਂ ਖਤਮ ਹੋ ਜਾਵੇਗਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਤੁਹਾਡੇ ਬੀਤੇ ਹੋਏ ਸਮੇਂ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਬਿੰਦੂ, ਇਸ ਗੱਲ ਤੋਂ ਫਰਕ ਜ਼ਰੂਰ ਪੈਂਦਾ ਹੈ ਕਿ ਫਿਊਚਰ ਦੇ ਵਿੱਚ ਮੇਰੇ ਨਾਲ ਕਦੇ ਵੀ ਬੇਵਫਾਈ ਨਾ ਕਰਿਓ। ਮੇਰੇ ਨਾਲ ਹਮੇਸ਼ਾ ਵਫਾਦਾਰ ਰਹੋ। ਅਤੇ ਮੈਂ ਸੁਜਾਨ ਦੇ ਨਾਲ ਵਾਅਦਾ ਕੀਤਾ ਸੀ ਕਿ ਫਿਊਚਰ ਦੇ ਵਿੱਚ ਮੈਂ ਹਮੇਸ਼ਾ ਤੁਹਾਡੇ ਨਾਲ ਵਫਾਦਾਰ ਰਹਾਂਗੀ। ਮੈਂ ਆਪਣੀ ਮਾਂ ਦੇ ਰਾਹੀਂ ਸੁਜਾਨ ਨੂੰ ਹਾਂ ਕਹਿ ਦਿੱਤੀ ਸੀ ਅਤੇ ਮੇਰੀ ਮਾਂ ਸੁਜਾਨ ਦੇ ਫੈਸਲੇ ਤੇ ਹੈਰਾਨ ਸੀ। ਉਹਨਾਂ ਨੇ ਉਸੇ ਸਮੇਂ ਹੀ ਸੁਜਾਨ ਨੂੰ ਫੋਨ ਕੀਤਾ, ਉਸ ਨੂੰ ਕੁਝ ਸਵਾਲ ਜਵਾਬ ਕੀਤੇ ਅਤੇ ਤੁਰੰਤ ਹਾਂ ਕਰ ਦਿੱਤੀ ਕਿ ਉਹ ਇਸ ਰਿਸ਼ਤੇ ਦੇ ਲਈ ਖੁਸ਼ੀ-ਖੁਸ਼ੀ ਰਾਜੀ ਹੈ। ਮੀਨਾ ਆਂਟੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਨੱਕ ਮੂੰਹ ਚੜਾ ਰਹੀ ਸੀ ਕਿ ਉਹ ਮੇਰੇ ਨਾਲ ਇਹ ਰਿਸ਼ਤਾ ਨਹੀਂ ਜੋੜੇਗੀ, ਪਰ ਜਦੋਂ ਲੜਕਾ ਰਾਜੀ ਹੋ ਜਾਂਦਾ ਹੈ ਤਾਂ ਫਿਰ ਕਿਸੇ ਦੀ ਨਹੀਂ ਚੱਲਦੀ। ਇੱਥੇ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀ। ਕੁਝ ਸਮੇਂ ਦਾ ਖੇਡ ਸੀ ਅਤੇ ਮੈਂ ਸੁਜਾਨ ਦੇ ਨਾਲ ਵਿਆਹੀ ਗਈ ਸੀ। ਪਤਾ ਨਹੀਂ ਕਿਉਂ ਮੇਰੇ ਦਿਲ ਦੇ ਵਿੱਚ ਇੱਕ ਡਰ ਸੀ ਕਿ ਇਹ ਆਦਮੀ ਮੈਨੂੰ ਅਪਣਾਵੇਗਾ ਨਹੀਂ ਬਲਕਿ ਮੈਨੂੰ ਠੁਕਰਾ ਦੇਵੇਗਾ, ਪਰ ਉਸਨੇ ਅਜਿਹਾ ਨਹੀਂ ਕੀਤਾ। ਉਸਨੇ ਮੇਰੀ ਗਲਤੀ ਨੂੰ ਮਾਫ ਕਰ ਦਿੱਤਾ ਸੀ। ਮੈਂ ਆਪਣੇ ਪ੍ਰਮਾਤਮਾ ਦੀ ਬਹੁਤ ਧੰਨਵਾਦੀ ਸੀ ਕਿ ਉਸਨੇ ਮੇਰੇ ਦੁਆਰਾ ਕੀਤੇ ਹੋਏ ਪਾਪ ਨੂੰ ਮਾਫ ਕਰ ਦਿੱਤਾ ਸੀ ਅਤੇ ਮੈਨੂੰ ਇੱਕ ਬਹੁਤ ਹੀ ਵਧੀਆ ਜੀਵਨ ਸਾਥੀ ਦਿੱਤਾ ਸੀ। ਅਤੇ ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ ਅਤੇ ਮੈਂ ਅਮਿਤ ਨੂੰ ਵੀ ਮਾਫ ਕਰ ਦਿੱਤਾ, ਇਹੀ ਸੋਚ ਕੇ ਗਲਤੀ ਸਿਰਫ ਅਮਿਤ ਦੀ ਨਹੀਂ, ਉਸ ਦੇ ਵਿੱਚ ਮੈਂ ਵੀ ਬਰਾਬਰ ਦੀ ਕਸੂਰਵਾਰ ਸੀ। ਜੇਕਰ ਮੈਂ ਅਮਿਤ ਨੂੰ ਮਨਾ ਕਰ ਦਿੰਦੀ ਤਾਂ ਉਹ ਜ਼ਬਰਦਸਤੀ ਮੈਨੂੰ ਮੇਰੇ ਘਰ ਤੋਂ ਨਹੀਂ ਲੈ ਕੇ ਜਾ ਸਕਦਾ ਸੀ। ਉਸ ਹੋਟਲ ਦੇ ਕਮਰੇ ਤੱਕ ਜਾਣ ਦੇ ਵਿੱਚ ਸਿਰਫ ਅਮਿਤ ਦਾ ਹੱਥ ਨਹੀਂ ਸੀ ਬਲਕਿ ਮੈਂ ਵੀ ਉਸ ਦੇ ਨਾਲ ਹੋਟਲ ਦੇ ਵਿੱਚ ਪਹੁੰਚੀ ਸੀ। ਮੈਂ ਆਖਰ ਦੇ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਕਿਸੇ ਕਹਾਣੀਆਂ ਦੇ ਵਿੱਚ ਹੀ ਅਜਿਹਾ ਹੁੰਦਾ ਹੈ ਕਿ ਆਖਰ ਦੇ ਵਿੱਚ ਇੱਕ ਹੀਰੋ ਆਉਂਦਾ ਹੈ। ਉਹ ਹੀਰੋਇਨ ਦੀ ਸਾਰੀ ਗਲਤੀ ਨੂੰ ਮਾਫ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲੈਂਦਾ ਹੈ। ਰੀਅਲ ਲਾਈਫ ਦੇ ਵਿੱਚ ਅਜਿਹਾ ਨਹੀਂ ਹੁੰਦਾ। ਇੱਜ਼ਤ ਇੱਕ ਵਾਰ ਚਲੀ ਜਾਵੇ ਤਾਂ ਦੁਬਾਰਾ ਮੁੜ ਕੇ ਨਹੀਂ ਆਉਂਦੀ ਅਤੇ ਨਾ ਹੀ ਕੋਈ ਇੱਜ਼ਤਦਾਰ ਪਰਿਵਾਰ ਉਸ ਨੂੰ ਆਪਣੇ ਘਰ ਦੀ ਬਹੂ ਬਣਾਉਣਾ ਪਸੰਦ ਕਰਦਾ ਹੈ। ਇਸ ਕਰਕੇ ਸਾਰੀਆਂ ਲੜਕੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਇੱਜ਼ਤ ਨੂੰ ਹਮੇਸ਼ਾ ਸੰਭਾਲ ਕੇ ਰੱਖੋ। ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਗੈਰ ਮਰਦਾਂ ਦੇ ਨਾਲ ਹੋਟਲਾਂ ਦੇ ਵਿੱਚ ਜਾ ਕੇ ਨਿਲਾਮ ਨਾ ਕਰੋ। ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ, ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।